आप लिहो तुम कथा सुधारी। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਆਕਲ ਨੇ ਬੂਝਨ ਕਰਿਓ, ਗੁਰ ਕੋ ਸਿੱਖ ਕੇ ਨਹੀਂ ਨ ਹਰਿਓ। ਵਿਪਰ ਕਰੈ ਮੈਂ ਨਹੀਂ ਵਿਚਾਰਾ, ਨੀਕੋ ਏਕ ਨਿਕੇਤ ਨਿਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਹਾਜ਼ਰੀਆਂ ਭਰ ਕੇ ਆਪ ਜੀ ਆਪਣਾ ਜੀਵਨ ਸਫਲਾ ਕਰ ਰਹੇ ਹੋ। ਗੁਰੂ ਕੀ ਅੰਮ੍ਰਿਤ ਬਾਣੀ ਸੋਦਾ ਰਹਿ ਰਾਜ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਸ਼ਰਵਣ ਕੀਤੇ ਹਨ। ਹੁਣ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ, ਮੀਰੀ ਪੀਰੀ ਦੇ ਮਾਲਕ, ਸਤਿਗੁਰਾਂ ਦਾ ਪਾਵਨ ਇਤਿਹਾਸ ਚੱਲ ਰਿਹਾ ਹੈ। ਆਪ ਜੀ ਸਰਵਣ ਕਰੋ। ਜਿਸ ਸਮੇਂ ਭਾਈ ਸਾਈਂ ਦਾਸ ਜੀ ਦੇ ਪ੍ਰੇਮ ਦੇ ਖਿੱਚੇ ਹੋਏ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਡਰੌਲੀ ਮੋਗੇ ਦੇ ਕੋਲ ਆਏ ਹਨ, ਤੇ ਡਰੌਲੀ ਵਿੱਚ ਭਾਈ ਸਾਈਂ ਦਾਸ ਜੀ ਨੇ ਬੜਾ ਭਰਵਾਂ ਸਵਾਗਤ ਕੀਤਾ ਹੈ। ਥਾਂ ਥਾਈਂ ਗੁਰੂ ਦੀਆਂ ਫੌਜਾਂ ਦੀਆਂ ਛਾਉਣੀਆਂ ਪੈ ਗਈਆਂ ਹਨ। ਐਤਕੀ ਸਾਰਾ ਪਰਿਵਾਰ, ਸਾਰੀ ਫੌਜ ਸਮੇਤ ਗੁਰੂ ਸਾਹਿਬ ਜੀ ਆਏ ਹਨ। ਪਹਿਲਾਂ ਵੀ ਆਏ ਸਨ, ਉਦੋਂ ਵੀ ਮਾਤਾ ਗੰਗਾ ਜੀ, ਮਾਤਾ ਨਾਨਕੀ ਤੇ ਮਾਤਾ ਦਮੋਦਰੀ ਜੀ ਨਾਲ ਸਨ, ਤੇ ਉਦੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਸੀ। ਕਈ ਸਾਲਾਂ ਪਿੱਛੋਂ ਦੁਬਾਰਾ ਫਿਰ ਆਏ ਹਨ। ਹੁਣ ਮਹਾਰਾਜ ਜਦੋਂ ਇੱਥੇ ਆ ਕੇ ਪੜਾਂ ਕੀਤਾ ਛੇਵੇਂ ਪਾਤਸ਼ਾਹ ਨੇ, ਤਾਂ ਇੱਥੇ ਲਾਗੇ ਹੀ ਇੱਕ ਵੱਡੇ ਘਰ ਨਾਮ ਦਾ ਪਿੰਡ ਹੈ ਮੋਗੇ ਦੇ ਇਲਾਕੇ ਵਿੱਚ। ਵੱਡੇ ਘਰ ਦਾ ਇੱਕ ਤਖਾਣ, ਜਿਸ ਦਾ ਨਾਮ ਭਾਈ ਆਕਲ ਸੀ। ਆਕਲ ਤਖਾਣ ਗੁਰੂ ਰਾਮਦਾਸ ਜੀ ਦੇ ਸਮੇਂ ਗੁਰੂ ਘਰ ਦਾ ਸਿੱਖ ਬਣਿਆ ਸੀ। ਇਸ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਸੀ, ਜਿਸ ਦਾ ਭਾਈ ਆਕਲ ਨੇ ਵਿਆਹ ਕਰਵਾਉਣ ਵਾਸਤੇ ਪੰਡਤ ਜੀ ਨੂੰ ਲਾਗੀ ਨੂੰ ਭੇਜਿਆ, ਤੇ ਪੰਡਤ ਰਿਸ਼ਤਾ ਕਰਕੇ ਆ ਗਏ। ਚੰਗਾ ਘਰ ਵੇਖ ਕੇ ਤੁਕਲਾਣੀ ਪਿੰਡ ਦੇ ਸਾਦੇ ਨਾਮ ਦਾ ਇੱਕ ਤਖਾਣ ਸੀ, ਉਹਦਾ ਬੇਟਾ ਸਾਧੂ ਸੁੰਦਰ ਵਰ ਜਾਣ ਕੇ, ਬਰਾਦਰੀ ਭਾਈਚਾਰਾ ਮਿਲਦਾ ਜੁਲਦਾ ਹੈ, ਸ਼ਕਲ ਸੂਰਤ ਬੱਚਿਆਂ ਦੀ ਮਿਲਦੀ ਜੁਲਦੀ ਹੈ, ਘਰ ਬਰਾਬਰ ਦਾ ਹੈ, ਦੇਖ ਕੇ ਰਿਸ਼ਤਾ ਕਰ ਦਿੱਤਾ। ਜਦੋਂ ਪੰਡਤ ਜੀ ਰਿਸ਼ਤਾ ਕਰਕੇ ਵਾਪਸ ਆਏ ਤੇ ਭਾਈ ਆਕਲ ਨੇ ਪੁੱਛਿਆ, ਜਿੱਥੇ ਤੁਸੀਂ ਮੇਰੀ ਬੇਟੀ ਦਾ ਰਿਸ਼ਤਾ ਕਰਕੇ ਆਏ ਹੋ, ਉਹ ਗੁਰੂ ਦੇ ਸਿੱਖ ਨੇ ਜਾਂ ਕਿਸੇ ਹੋਰ ਨੂੰ ਮੰਨਦੇ ਨੇ? ਪੰਡਤ ਜੀ ਕਹਿਣ ਲੱਗੇ, ਇਹ ਤਾਂ ਮੈਂ ਪੁੱਛਿਆ ਹੀ ਨਹੀਂ, ਇਹ ਤਾਂ ਮੈਂ ਖਿਆਲ ਨਹੀਂ ਕੀਤਾ। ਮੈਂ ਸੋਚਿਆ ਵੀ ਘਰ ਚੰਗਾ ਹੈ, ਵਰ ਚੰਗਾ, ਮੈਂ ਰਿਸ਼ਤਾ ਕਰਤਾ। ਉਹ ਕਿਸ ਮਹਾਂਪੁਰਸ਼ ਨੂੰ, ਗੁਰੂ ਨੂੰ, ਪੀਰ ਨੂੰ ਮੰਨਦੇ ਨਹੀਂ ਮੰਨਦੇ, ਇਹ ਨਹੀਂ ਮੈਂ ਪੁੱਛਿਆ। ਭਾਈ ਆਕਲ ਕਹਿਣ ਲੱਗਾ, ਇਹ ਗਲਤੀ ਹੋ ਗਈ, ਮੈਂ ਵੀ ਤੁਹਾਨੂੰ ਕਹਿਣਾ ਭੁੱਲ ਗਿਆ, ਤੇ ਤੁਸੀਂ ਵੀ ਪੰਡਤ ਜੀ ਖਿਆਲ ਨਹੀਂ ਕੀਤਾ। ਇਹ ਕੰਮ ਬਹੁਤ ਖਰਾਬ ਹੈ। ਹੁਣ ਗੁਰੂ ਹੀ ਹੈ ਵੀ ਸਾਡੀ ਇੱਜ਼ਤ ਰੱਖੇ, ਕਿ ਜਿਹੜਾ ਮੇਰੀ ਬੇਟੀ ਨੂੰ ਪਰਿਵਾਰ ਮਿਲੇ ਉਹ ਗੁਰੂ ਘਰ ਨੂੰ ਮੰਨਣ ਵਾਲਾ ਹੋਵੇ। ਇਸ ਤਰ੍ਹਾਂ ਇੱਕ ਗੱਲਬਾਤ ਚੱਲ ਰਹੀ ਹੈ। ਅੱਗੇ ਸਾਰੀ ਕਥਾ ਪ੍ਰੇਮ ਨਾਲ ਸੁਣੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਆਕਲ ਨੇ ਬੂਝਨ ਕਰਿਓ। ਭਾਈ ਆਕਲ ਨੇ ਜਦੋਂ ਪੰਡਤ ਕੋਲੋਂ ਪੁੱਛਿਆ ਵੀ ਘਰ-ਬਾਰ ਠੀਕ, ਤੁਸੀਂ ਰਿਸ਼ਤਾ ਕਰਕੇ ਆਏ ਹੋ, ਤੇ ਨਾਲ ਹੀ ਇਹ ਵੀ ਪੁੱਛਿਆ, ਗੁਰ ਕੋ ਸਿੱਖ ਕੇ ਨਹੀਂ ਨਿਹਾਰਿਓ। ਜਿੱਥੇ ਤੁਸੀਂ ਮੇਰੀ ਬੇਟੀ ਦਾ ਰਿਸ਼ਤਾ ਕੀਤਾ ਉਹ ਗੁਰੂ ਦੇ ਸਿੱਖ ਹਨ ਜਾਂ ਨਹੀਂ? ਵਿਪਰ ਕਰੈ ਮੈਂ ਨਹੀਂ ਵਿਚਾਰਾ। ਪੰਡਤ ਜੀ ਕਹਿਣ ਲੱਗੇ ਭਾਈ ਆਕਲ ਨੂੰ ਕਿ ਭਾਈ, ਮੈਂ ਇਹ ਗੱਲ ਨਹੀਂ ਪੁੱਛੀ, ਮੈਂ ਇਹ ਵਿਚਾਰ ਨਹੀਂ ਕੀਤੀ ਵੀ ਉਹ ਕਿਹੜੇ ਮਤ ਨੂੰ ਮੰਨਣ ਵਾਲੇ ਹਨ, ਗੁਰੂ ਦੇ ਸਿੱਖ ਹਨ ਜਾਂ ਨਹੀਂ, ਇਹ ਨਹੀਂ ਮੈਂ ਪਤਾ ਕੀਤਾ। ਨੀਕੋ ਏਕ ਨਿਕੇਤ ਨਿਹਾਰਾ। ਬਸ ਮੈਂ ਘਰ ਵੇਖਿਆ, ਲੜਕਾ ਵੇਖਿਆ ਤੇ ਰਿਸ਼ਤਾ ਕਰ ਦਿੱਤਾ ਹੈ। ਪਛਤਾਇਓ ਬਸ ਚੱਲਿਓ ਨਾ ਫੇਰ। ਭਾਈ ਆਕਲ ਬੜਾ ਪਛਤਾਇਆ, ਕਹਿਣ ਲੱਗਾ ਬੜੀ ਗਲਤੀ ਹੋ ਗਈ ਪੰਡਤ ਜੀ, ਮੈਂ ਵੀ ਤੁਹਾਨੂੰ ਨਹੀਂ ਕਹਿ ਸਕਿਆ ਤੇ ਤੁਸੀਂ ਵੀ ਖਿਆਲ ਨਹੀਂ ਕੀਤਾ। ਇਹ ਤਾਂ ਹੁਣ ਕੀ ਪਤਾ ਕਿਹੜੇ ਮਤ ਨੂੰ ਮੰਨਣ ਵਾਲੇ ਨੇ, ਕੌਣ ਨੇ। ਮੇਰੀ ਧੀ ਉੱਥੇ ਸੁਖੀ ਰਹੇਗੀ ਵੀ ਕਿ ਨਹੀਂ? ਜਿੰਨਾ ਚਿਰ ਮਤ ਨਾ ਮਿਲੇ, ਵਿਚਾਰ ਨਾ ਮਿਲਣ,
ਉਹਨਾਂ ਚਿਰ ਵਸੇਬਾ ਨਹੀਂ ਹੁੰਦਾ। ਆਸਾ ਇਸ਼ਟੀ ਉਪਾਸਨਾ ਖਾਨ ਪਾਨ ਪਹਿਰਾਨ, ਜਿੱਥੇ 6 ਚੀਜ਼ਾਂ ਮਿਲਦੀਆਂ ਨੇ ਉੱਥੇ ਹੀ ਬੰਦੇ ਦਾ ਗੁਜ਼ਾਰਾ ਹੁੰਦਾ, ਗੁਜ਼ਰ ਬਸਰ ਹੁੰਦੀ ਹੈ। ਜਿੱਥੇ ਚੀਜ਼ਾਂ ਨਾ ਮਿਲਣ, ਵਿਚਾਰ ਨਹੀਂ ਲੜਦੇ, ਤੇ ਫਿਰ ਮਤਭੇਦ ਹੋ ਜਾਂਦੇ ਆ। ਸੋ ਮੇਰੀ ਬੇਟੀ ਦਾ ਹੁਣ ਗੁਰੂ ਨਾਨਕ ਹੀ ਰਾਖਾ ਹੈ। ਬੀਤੇ ਕਿਤਕ ਬਰਖ ਪੁਨ ਹੇਰ, ਸੋ ਜਦੋਂ ਇਸ ਤਰ੍ਹਾਂ ਕੁਝ ਸਾਲ ਬੀਤ ਗਏ, ਗੁਰ ਕੋ ਰਹਿਓ ਅਰਾਧਤ ਸਦਾ। ਭਾਈ ਆਕਲ ਹਮੇਸ਼ਾ ਗੁਰੂ ਨੂੰ ਅਰਾਧਦਾ ਰਿਹਾ, ਅਰਦਾਸਾਂ ਬੇਨਤੀਆਂ ਕਰਦਾ ਰਿਹਾ ਵੀ ਗੁਰੂ ਮਹਾਰਾਜ ਤੁਸੀਂ ਆਪਣੇ ਸੇਵਕਾਂ ਦੀ ਬਿਰਧ ਬਾਣੇ ਦੀ ਲਾਜ ਰੱਖਦੇ ਹੋ। ਆਪਣੇ ਸੇਵਕ ਹੀ ਆਪੇ ਰਾਖੈ, ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਤੇ ਮਹਾਰਾਜ ਕਿਰਪਾ ਕਰਿਆ ਜੇ, ਮੇਰੀ ਬੱਚੀ ਦੇ ਵੀ ਸਹਾਈ ਹੋਇਆ ਜੇ। ਕਰਹੁ ਸੰਬੰਧੀ ਸਿੱਖ ਜਦ ਕਦਾ, ਜਦੋਂ ਆਪ ਜੀ ਨੂੰ ਚੰਗਾ ਲੱਗੇ ਮੇਰੇ ਕੁੜਮਾਂ ਨੂੰ ਆਪਣਾ ਸਿੱਖ ਬਣਾ ਲਿਆ ਜੇ। ਇਮ ਆਕਲ ਚਿੰਤਾ ਬਸ ਹੋਵਾ। ਇਸ ਤਰ੍ਹਾਂ ਭਾਈ ਆਕਲ ਚਿੰਤਾ ਬਸ ਹੋ ਗਿਆ, ਮਨ ਵਿੱਚ ਬੜੀ ਭਾਰੀ ਚਿੰਤਾ ਰਹਿਣ ਲੱਗ ਪਈ। ਸਮਾ ਸੋ ਵਿਆਹ ਕਰਨ ਕੋ ਜੋਵਾ, ਜਦੋਂ ਵਿਆਹ ਦਾ ਸਮਾਂ ਨੇੜੇ ਆਇਆ, ਲਿਖ ਕਰ ਪਾਤੀ ਦਈ ਪਠਾਏ। ਹੁਣ ਰਿਸ਼ਤਾ ਕੀਤਾ ਸੀ, ਛੱਡਿਆ ਨਹੀਂ ਸੀ ਜਾ ਸਕਦਾ। ਅੱਜ ਕੱਲ੍ਹ ਦੇ ਵਿਆਹ ਕਰਕੇ ਵੀ ਛੱਡ ਦਿੰਦੇ ਆ। ਉਸ ਜ਼ਮਾਨੇ 'ਚ ਜਿੱਥੇ ਰਿਸ਼ਤਾ ਹੋ ਜਾਏ, ਰਿਸ਼ਤਾ ਨਹੀਂ ਸੀ ਛੱਡਦੇ ਹੁੰਦੇ। ਰਿਸ਼ਤਾ ਛੱਡਣਾ ਵੀ ਬੜਾ ਵੱਡਾ ਗੁਨਾਹ ਮੰਨਿਆ ਜਾਂਦਾ ਸੀ। ਕਈ ਵਾਰੀ ਰਿਸ਼ਤੇ ਛੱਡਿਆ, ਲੜਾਈਆਂ ਝਗੜੇ ਕਤਲੋਂ ਤੱਕ ਹੋ ਜਾਂਦੇ ਸੀ। ਸੋ ਇਹ ਰਿਸ਼ਤਾ ਛੱਡਣਾ ਤਾਂ ਹੈ ਨਹੀਂ ਸੀ, ਕਰਨਾ ਪੈਣਾ ਸੀ। ਵਿਆਹ ਦੀ ਚਿੱਠੀ ਤਰੀਕ ਦੀ ਭੇਜ ਦਿੱਤੀ ਸਾਏ ਦੀ। ਪਿਖ ਸਾਦੇ ਆਨੰਦ ਉਪਜਾਏ। ਜਦੋਂ ਵਿਆਹ ਦੀ ਚਿੱਠੀ ਆਈ, ਸਾਦੇ ਨੂੰ ਬੜੀ ਖੁਸ਼ੀ ਹੋਈ ਵੀ ਮੇਰੇ ਪੁੱਤਰ ਸਾਧੂ ਦਾ ਵਿਆਹ ਹੈ। ਸੇਵਕ ਸਰਵਰ ਕੋ ਨਿਤ ਸੋਈ। ਉਹ ਜਿਹੜਾ ਸਾਦਾ ਸੀ ਨਾ, ਉਹ ਲਾਲਾਂ ਵਾਲੇ ਨੂੰ ਮੰਨਦਾ ਸੀ। ਸਰਵਰ ਦਾ ਸਿੱਖੀ ਸਰਵਰ ਦਾ ਚੇਲਾ ਸੀ। ਸਦਨ ਮੁਕਾਮ ਕਰਿਓ ਰਤ ਹੋਈ। ਇੰਨਾ ਪ੍ਰੇਮ ਸੀ ਉਹਦਾ ਸਖੀ ਸਰਵਰ ਨਾਲ, ਇੰਨੀ ਪ੍ਰੀਤ ਸੀ ਲਾਲਾਂ ਵਾਲੇ ਨਾਲ ਵੀ ਘਰ ਦੇ ਵਿੱਚ ਉਹਦਾ ਮੁਕਾਮ ਉਹਦੀ ਮੜੀ ਬਣਾਈ ਹੋਈ ਸੀ। ਸਾਧੂ ਸਤ ਕੋ ਮਾਥ ਟਿਕਾਵਾ। ਤੇ ਆਪਣੇ ਪੁੱਤਰ ਨੂੰ ਸਿਹਰੇ ਬੰਨੇ, ਵਿਆਹ ਦੀਆਂ ਤਿਆਰੀਆਂ ਕੀਤੀਆਂ, ਸ਼ਗਨ ਕੀਤੇ। ਘੋੜੀ ਚੜਨ ਤੋਂ ਪਹਿਲਾਂ ਸਰਵਰ ਦੇ ਮੱਠ ਤੇ ਮੱਥਾ ਟਿਕਾਇਆ ਹੈ। ਕਰਿਓ ਰੋਟ ਸਭ ਰੀਤ ਮਨਾਵਾ। ਤੇ ਜਿਵੇਂ ਆਪਾਂ ਕੜਾਹ ਪ੍ਰਸ਼ਾਦ ਕਰਦੇ ਆ ਨਾ ਗੁਰੂ ਦਾ, ਇਹ ਜਿਹੜੇ ਲਾਲਾਂ ਵਾਲੇ ਦੇ ਚੇਲੇ ਸਰਵਰ ਦੇ, ਇਹ ਰੋਟ ਬਣਾਉਂਦੇ ਆ। ਇਹਨਾਂ ਨੇ ਰੋਟ ਬਣਾਇਆ ਤੇ ਰੋਟ ਬਣਾ ਕੇ ਉਹ ਪੀਰ ਦਾ, ਲਾਲਾਂ ਵਾਲੇ ਦਾ, ਸਰਵਰ ਦਾ ਰੋਟ ਵਰਤਾ ਕੇ ਖਾਧਾ ਹੈ। ਵੱਡੇ ਗ੍ਰਹਿ ਵਿਆਹਨ ਪੁਨ ਗਇਓ। ਤੇ ਤੁਕਲਾਣੀ ਪਿੰਡੋਂ ਬਰਾਤ ਚੱਲ ਪਈ। ਵੱਡੇ ਘਰ ਵੱਡੇ ਪਿੰਡ ਚਲੇ ਗਏ। ਜਾਏ ਟਕਾਓ ਭਲੀ ਬਿਦ ਕਿਓ। ਬੜੀ ਚੰਗੀ ਤਰ੍ਹਾਂ ਢੁਕਾ ਕੀਤਾ, ਮਿਲਣੀ ਹੋਈ, ਵਾਜਿਆਂ ਗਾਜਿਆਂ ਨਾਲ ਵਿਆਹ ਹੋਇਆ। ਆਕਲ ਸਾਦੇ ਮਿਲਨੀ ਕੀਨ। ਭਾਈ ਆਕਲ ਜੀ ਗੁਰੂ ਘਰ ਦੇ ਸਿੱਖ ਸਨ ਤੇ ਸਾਦਾ ਲਾਲਾਂ ਵਾਲੇ ਦਾ ਸਿੱਖ ਸੀਗਾ, ਪਰ ਬਰਾਦਰੀ ਇੱਕੋ ਸੀ, ਤਖਾਣ ਬਰਾਦਰੀ ਦੇ ਸਨ। ਜਿਹੜੇ ਭਾਈਚਾਰੇ ਦੇ ਰੀਤੀ ਰਿਵਾਜ ਹੁੰਦੇ ਆ ਜਾਤੀ ਦੇ, ਉਹ ਇੱਕ ਦੂਜੇ ਨੂੰ ਪਤਾ ਹੁੰਦਾ ਹੈ। ਸੋ ਉਹਨਾਂ ਨੇ ਆਪਣੀ ਬਰਾਦਰੀ ਦੇ ਮੁਤਾਬਕ ਵਿਆਹ ਸ਼ਾਦੀ ਦੇ ਸਾਰੇ ਕੰਮ ਕੀਤੇ, ਮਿਲਣੀ ਕੀਤੀ ਹੈ। ਜਥਾ ਸ਼ਕਤ ਦੇ ਕੀਰਤ ਲੀਨ। ਔਰ ਜਥਾ ਸ਼ਕਤੀ ਸੇਵਾ ਵੀ ਭਾਈ ਆਕਲ ਨੇ ਬਰਾਤ ਦੀ ਬੜੀ ਕੀਤੀ ਹੈ। ਸਾਧੂ ਕੋ ਦੀਨੇ ਤਬ ਫੇਰੇ। ਤੇ ਆਪਣੀ ਬੇਟੀ ਦਾ ਭਾਈ ਸਾਧੂ ਦੇ ਨਾਲ, ਸਾਦੇ ਦੇ ਪੁੱਤਰ ਸਾਧੂ ਦੇ ਨਾਲ ਵਿਆਹ ਕਰਤਾ, ਫੇਰੇ ਕਰ ਦਿੱਤੇ, ਲਾਵਾਂ ਕਰ ਦਿੱਤੀਆਂ। ਜਥਾ ਜੋਗ ਕਰ ਰੀਤ ਭਲੇਰੇ। ਜਥਾ ਜੋਗ ਰੀਤੀ ਕਰਕੇ, ਮਰਜ਼ਾਦਾ ਕਰਕੇ ਆਪਣੀ ਧੀ ਨੂੰ ਤੋਰਿਆ ਹੈ। ਖਾਨ ਪਾਨ ਦੇ ਕਰ ਸਨਮਾਨੇ। ਜਿੰਨਾ ਚਿਰ ਬਰਾਤ ਰਹਿੰਦੀ ਸੀ, 2-3 ਦਿਨ ਰੱਖੀ ਹੈ। ਲੰਗਰ ਪ੍ਰਸ਼ਾਦਾ ਛਕਾਇਆ ਭਾਈ ਆਕਲ ਨੇ, ਖਾਣ ਪਾਣ ਦਿੱਤਾ, ਸਨਮਾਨ ਕੀਤਾ ਹੈ। 3 ਦਿਵਸ ਰਾਖੇ ਸੁਖ ਠਾਨੇ। 3 ਦਿਨ ਰੱਖੀ ਬਰਾਤ ਆਪਣੇ ਪਿੰਡ ਵੱਡੇ ਘਰ ਦੇ ਵਿੱਚ। ਪੁਨ ਆਕਲ ਨੇ ਭਲੇ ਪਛਾਨੇ। ਫਿਰ ਭਾਈ ਆਕਲ ਜਿਹੜਾ ਬੜਾ ਸਿਆਣਾ ਸੀਗਾ, ਉਹਨੇ ਮਿਲ ਗਿਲ ਕੇ ਗੱਲਾਂ ਬਾਤਾਂ ਤੋਂ ਨਿਸ਼ਾਨੀਆਂ ਪਛਾਣ ਲਈਆਂ। ਕਿਉਂਕਿ ਭਾਈ ਆਕਲ ਕੋਈ ਵੀ ਕੰਮ ਕਰਦਾ ਸੀ, ਸਤਿਨਾਮ ਸ੍ਰੀ ਵਾਹਿਗੁਰੂ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਲੈ ਕੇ ਕਰਦਾ ਸੀ। ਉਹ ਜਿਹੜਾ ਉਹਦਾ ਕੁੜਮ ਸੀ ਸਾਦਾ,
ਉਹ ਕੋਈ ਕੰਮ ਕਰਦਾ ਸੀ, ਲਾਲਾਂ ਵਾਲੇ ਦਾ ਨਾਂ ਲੈ ਕੇ ਕਰਦਾ ਸੀ। ਉਹ ਲਾਲਾਂ ਵਾਲੇ ਦੀ ਸੁਖਣਾ ਸੁਖਦਾ ਸੀ, ਲਾਲਾਂ ਵਾਲੇ ਦੀ ਗੱਲ ਕਰਦਾ ਸੀ। ਉਹਦੀਆਂ ਗੱਲਾਂ ਬਾਤਾਂ ਤੋਂ ਭਾਈ ਆਕਲ ਨੇ ਪਛਾਣ ਲਿਆ ਇਹੋ ਸਰਵਰ ਕੀ ਸੇਵਾ ਠਾਨੇ। ਵੀ ਇਹ ਸਾਡੇ ਕੁੜਮਤਾਂ ਸਰਵਰੀਏ ਨੇ, ਇਹ ਤਾਂ ਸਰਵਰ ਦੀ ਸੇਵਾ ਕਰਦੇ ਨੇ। ਲੋਕ ਜਾਤ ਕੇ ਪਿਖ ਸਮੁਦਾਏ। ਪਰ ਹੁਣ ਸਾਡੀ ਬਰਾਦਰੀ ਦੇ ਬੰਦੇ ਨੇ, ਤਖਾਣ ਨੇ, ਤੇ ਇਹਨਾਂ ਦੇ ਨਾਲ ਹੁਣ ਸਾਨੂੰ ਨਿਭਾਣੀ ਪੈਣੀ ਹੈ। ਸਾਰੀ ਬਰਾਦਰੀ ਇਕੱਠੀ ਹੋਈ ਹੈ, ਕਹਿ ਵੀ ਨਹੀਂ ਸਕਦੇ। ਧਰਮ ਆਪਣੇ ਆਪਣੀ ਮਰਜ਼ੀ ਨਾਲ ਹੀ ਹੁੰਦਾ, ਜਿਹਦਾ ਜੀ ਕਰੇ ਜਿਹਨੂੰ ਮੰਨੇ, ਜਿਹਨੂੰ ਨਾ ਮੰਨੇ। ਪਰ ਇਹ ਵਿਚਾਰ ਹੋ ਸਕਦੀ ਹੈ ਵੀ ਆਪਣਾ ਮਨ ਉੱਥੇ ਮੰਨਦਾ ਕਿ ਨਹੀਂ ਮੰਨਦਾ। ਸਾਰੀ ਜਾਤ ਦੇ ਭਾਈਚਾਰੇ ਦੇ ਲੋਕ ਇਕੱਠੇ ਹੋਏ ਸਨ। ਨਹ ਬੋਲਿਓ ਮਨ ਬਹੁ ਪਛਤਾਏ। ਇਹਦੇ ਵਿੱਚ ਹੁਣ ਬੋਲਣ ਦਾ ਫਾਇਦਾ ਹੀ ਕੋਈ ਨਹੀਂ। ਨਾਲੇ ਅਸੀਂ ਕੁੜੀ ਵਾਲੇ ਹਾਂ, ਉਹ ਲੜਕੇ ਵਾਲੇ ਹਨ। ਲੜਕੇ ਵਾਲੇ ਨਖਰਾ ਵੀ ਜ਼ਿਆਦਾ ਕਰਦੇ ਐ। ਮਾੜੀ ਜੀ ਗੱਲ ਵਿਗੜ ਜਾਵੇ, ਕਈ ਵਾਰੀ ਡੋਲਾ ਛੱਡ ਕੇ ਚਲੇ ਜਾਂਦੇ। ਹੁਣ ਇਹੋ ਜਿਹੇ ਮੂਰਖ ਬੰਦਿਆਂ ਦੇ ਨਾਲ ਚੁੱਪ ਰਹਿਣਾ ਹੀ ਚੰਗਾ ਹੈ। ਕਿਤੇ ਇਹ ਨਾ ਹੋਵੇ ਵੀ ਇਹ ਲੜਕੀ ਸਾਡੀ ਛੱਡ ਕੇ ਚਲੇ ਜਾਣ, ਸਰਵਰੀਏ ਹਨ, ਤੇ ਪਤਾ ਨਹੀਂ ਕੁਛ ਵੀ ਹੋ ਸਕਦਾ। ਭਾਈ ਆਕਲ ਨੇ ਆਪਣਾ ਮੂੰਹ ਨਹੀਂ ਖੋਲਿਆ, ਬੜੀ ਸਿਆਣਪ ਵਰਤੀ ਤੇ ਚੁੱਪ ਰਿਹਾ ਹੈ। ਆਪਨ ਸਤਾਸੋ ਸਕਲ ਬਖਾਨੀ। ਆਪਣੀ ਬੇਟੀ ਨੂੰ ਫਿਰ ਸਮਝਾਇਆ। ਆਪਣੀ ਧੀ ਨੂੰ ਜਦੋਂ ਡੋਲੀ 'ਚ ਪਾਉਣਾ ਸੀ, ਉਸ ਤੋਂ ਪਹਿਲਾਂ ਵੱਖਰੇ ਅੰਦਰ ਬਿਠਾ ਕੇ ਘਰ ਦੇ ਵਿੱਚ ਭਾਈ ਆਕਲ ਜੀ ਕਹਿਣ ਲੱਗੇ, ਤਬ ਸਸੁਰਾਰ ਅਹ ਸੁਲਤਾਨੀ। ਬੇਟਾ ਧੀਏ, ਤੇਰੇ ਸਹੁਰੇ ਸੁਲਤਾਨੀਏ ਹਨ। ਸਰਵਰ ਨੂੰ ਮੰਨਦੇ, ਲਾਲਾਂ ਵਾਲੇ ਨੂੰ। ਗੁਰੂ ਘਰ ਨੂੰ ਨਹੀਂ ਮੰਨਦੇ, ਗੁਰੂ ਦੀ ਮੱਤ ਅਨੁਸਾਰ ਨਹੀਂ ਚੱਲਦੇ। ਤੈਨ ਹੈ ਮਨ ਹੋ ਕਹਾ ਖਦਾਈ। ਤੈਨੂੰ ਬੜਾ ਜ਼ੋਰ ਪਾਉਣਗੇ, ਤੈਨੂੰ ਵੀ ਆਪਣੇ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਕਰਨਗੇ। ਪਰ ਤੂੰ ਗੁਰੂ ਦਾ ਲੜ ਨਾ ਛੱਡੀ, ਗੁਰਬਾਣੀ ਨਾ ਛੱਡੀ, ਨਿਤਨੇਮ ਨਾ ਛੱਡੀ। ਤੂੰ ਉਹਨੂੰ ਨਹੀਂ ਮੰਨਣਾ, ਉਹ ਮੰਨਦੇ ਆ। ਗੁਰੂ ਮਹਾਰਾਜ ਕਿਰਪਾ ਕਰਨ, ਉਹਨਾਂ ਦੀ ਮੱਤ ਸਿੱਧੀ ਕਰ ਦੇਣ, ਪਰ ਤੂੰ ਉਹਨਾਂ ਦੀ ਮੱਤ ਦੇ ਵਿੱਚ ਨਾ ਚਲੀ ਜਾਈਂ। ਸਤਿਗੁਰ ਕੋ ਮਨ ਹੋ ਮਨ ਲਾਈ। ਪੁੱਤਰ, ਆਪਾਂ ਗੁਰੂ ਨਾਨਕ ਦੇ ਸਿੱਖ ਹਾਂ। ਪੂਰੇ ਸਤਿਗੁਰੂ ਜਿਹੜੇ ਭਵ ਸਾਗਰ ਤੋਂ ਪਾਰ ਲੰਘਾਉਣ ਵਾਲੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਉਹਨਾਂ ਨੂੰ ਮੰਨਣਾ ਹੈ। ਭਈ ਦਖਤ ਬਹੁ ਆਕਲ ਤਨਿਆ। ਇਹ ਸੁਣ ਕੇ ਬੀਬੀ ਬੜੀ ਦੁਖੀ ਹੋਈ ਜਦੋਂ ਪਿਤਾ ਜੀ ਨੇ ਦੱਸਿਆ ਵੀ ਤੇਰੇ ਸਹੁਰੇ ਤੇ ਸਰਵਰੀਏ ਹਨ, ਗੁਰੂ ਘਰ ਨੂੰ ਮੰਨਦੇ ਨਹੀਂ। ਉੱਥੇ ਜਾ ਕੇ ਪਤਾ ਨਹੀਂ ਉਹ ਬਾਣੀ ਵੀ ਪੜ੍ਹਨ ਦੇਣਗੇ, ਨਿਤਨੇਮ ਕਰਨ ਦੇਣਗੇ ਕਿ ਨਹੀਂ ਕਰਨ ਦੇਣਗੇ। ਇਸ ਤਰ੍ਹਾਂ ਸੋਚਾਂ 'ਚ ਪੈ ਗਈ। ਹਿਰਦਾ ਬਸੂਰਤ ਸਿਰ ਕੋ ਧਨਿਆ। ਕਹਿੰਦੇ ਮਨ 'ਚ ਝੂਰਨ ਲੱਗ ਪਈ, ਸਿਰ ਧੁਣਦੀ ਹੈ ਵੀ ਕਰਮਾਂ ਨੇ ਮੈਨੂੰ ਕਿੱਥੇ ਲਿਆ ਸੁੱਟਿਆ ਹੈ। ਕੋਈ ਪਤਾ ਨਹੀਂ ਕਿੱਥੇ ਸੰਜੋਗ ਹੋ ਜਾਣੇ ਆ। ਮੇਰੇ ਸੰਜੋਗ ਗੁਰੂ ਕੇ ਸਿੱਖਾਂ ਨਾਲ ਹੋਣੇ ਚਾਹੀਦੇ ਸੀ, ਪਰ ਮੇਰੇ ਸੰਜੋਗ ਲਾਲਾਂ ਵਾਲੇ ਦੇ ਚੇਲਿਆਂ ਨਾਲ, ਸਰਵਰੀਆਂ ਨਾਲ ਹੋ ਗਏ ਹਨ। ਨਹਿ ਬਸ ਚੱਲਾ ਸਹਿਓ ਦੁਖ ਔਰ ਮੈਂ। ਬੜਾ ਮਨ ਦੁਖੀ ਹੋਇਆ, ਪਰ ਵਸ ਕੋਈ ਚੱਲਦਾ ਨਹੀਂ, ਚਾਰਾ ਕੋਈ ਚੱਲਦਾ ਨਹੀਂ। ਮੈਂ ਸਿੱਖ ਸੁਤਾ ਸਰਵਰੀ ਘਰ ਮੈਂ ਗੁਰੂ ਕੇ ਸਿੱਖਾਂ ਦੀ ਧੀ ਸਰਵਰੀਆਂ ਦੇ ਘਰ ਚੱਲੀ ਹਾਂ। ਕਰੀ ਬਸਰਜਨ ਰੁਦਤ ਬਿਸਾਲਾ। ਸਾਧ ਸੰਗਤ ਜੀ, ਮਾਂ ਬਾਪ ਨੇ ਰੋਂਦੀ ਰੋਂਦੀ ਧੀ ਨੂੰ ਡੋਲੀ 'ਚ ਪਾਇਆ। ਮਾਤਾ ਪਿਤਾ ਵੀ ਰੋ ਰਹੇ ਸਨ। ਇਸ ਕਰਕੇ ਤਾਂ ਮਾਂ ਬਾਪ ਰੋਂਦੇ ਹੀ ਹੈ ਵੀ ਸਾਡੀ ਧੀ ਸਾਡੇ ਤੋਂ ਅੱਜ ਸਦਾ ਲਈ ਵਿਛੜ ਚੱਲੀ ਹੈ, ਸਾਡਾ ਘਰ ਛੱਡ ਕੇ ਦੂਜੇ ਘਰ ਚੱਲੀ ਹੈ, ਮੁੜ ਕੇ ਉਹ ਸਾਰੀ ਜ਼ਿੰਦਗੀ ਉੱਥੇ ਰਹੇਗੀ। ਇਹ ਤਾਂ ਦੁੱਖ ਹੁੰਦਾ ਹੀ ਹੈ। ਉਸ ਤੋਂ ਵੱਡਾ ਦੁੱਖ ਇਹ ਸੀ ਵੀ ਚੱਲੀ ਸਰਵਰੀਆਂ ਦੇ ਘਰ ਹੈ, ਪਤਾ ਨਹੀਂ ਵਿਚਾਰੀ ਉੱਥੇ ਕਿਵੇਂ ਰਹੇਗੀ। ਉਹ ਕਿੱਦਾਂ ਗੁਰੂ ਮਹਾਰਾਜ ਦੀ ਬਾਣੀ ਪੜ੍ਹਨ ਦੇਣਗੇ ਕਿ ਨਹੀਂ ਪੜ੍ਹਨ ਦੇਣਗੇ। ਇਸ ਕਰਕੇ ਦੋਹਰਾ ਦੁੱਖ ਸੀਗਾ ਬਾਬੇ ਆਕਲ ਨੂੰ ਤੇ ਉਹਦੀ ਪਤਨੀ ਨੂੰ। ਹਾਂਜੀ, ਪੁੱਤਰ ਸਨੁਖਾ ਲੈ ਤਬ ਚਾਲਾ। ਕਹਿੰਦੇ ਉਧਰੋਂ ਸਾਦਾ ਆਪਣੇ ਪੁੱਤਰ ਸਾਧੂ ਨੂੰ ਤੇ ਆਪਣੀ ਨੂੰਹ ਨੂੰ ਲੈ ਕੇ ਬਰਾਤ ਵਾਪਸ ਲੈ ਕੇ ਚੱਲ ਪਿਆ। ਗੁਰੂ ਡਰੋਲੀ ਪੂਰਬ ਆਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਧਰ ਰਸਤੇ ਦੇ ਵਿੱਚ ਡਰੋਲੀ ਪਿੰਡ ਪੈਂਦਾ। ਸਾਦੇ ਦਾ ਪਿੰਡ ਤੁਕਲਾਣੀ ਤੇ ਵੱਡੇ ਘਰ ਆਕਲ ਦਾ ਪਿੰਡ।
ਵਿਚਕਾਰ ਪੈਂਦੀ ਡਰੋਲੀ। ਕਹਿੰਦੇ ਗੁਰੂ ਸਾਹਿਬ ਡਰੋਲੀ 'ਚ ਬੈਠੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉੱਥੇ ਪੜਾਅ ਕੀਤਾ ਹੋਇਆ। ਉਤਰੇ ਹੋਤੇ ਦੇਸ਼ ਬਿਦਤਾਏ। ਸਾਰੇ ਦੇਸ਼ ਵਿੱਚ, ਸਾਰੇ ਇਲਾਕੇ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ ਮਾਲਵੇ ਵਿੱਚ ਵੀ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਡਰੌਲੀ ਆਏ ਹੋਏ ਨੇ। ਤੁਕਲਾਣੀ ਕੇ ਮਗ ਮੈਂ ਡੇਰਾ। ਤੇ ਤੁਕਲਾਣੀ ਦੇ ਰਸਤੇ ਵਿੱਚ ਜਿੱਥੋਂ ਬਰਾਤ ਨੇ ਵਾਪਸ ਡੋਲੀ ਲੈ ਕੇ ਜਾਣਾ ਸੀ, ਰਸਤੇ 'ਚ ਮਹਾਰਾਜ ਛੇਵੇਂ ਪਾਤਸ਼ਾਹ ਦਾ ਡੇਰਾ ਸੀ। ਭਜਨ ਕੀਰਤਨ ਹੋਤ ਕਨੇਰਾ। ਬੜਾ ਭਜਨ ਕੀਰਤਨ ਹੋ ਰਿਹਾ ਸੀ, ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਸੀ, ਲੰਗਰ ਚੱਲ ਰਹੇ ਸੀ। ਕਿਤੇ ਗੁਰੂ ਕੇ ਸਿੱਖ ਬਾਣੀ ਪੜ੍ਹ ਰਹੇ ਸੀ, ਕਿਤੇ ਕੀਰਤਨ ਕਰ ਰਹੇ ਸੀ, ਕਿਤੇ ਕਥਾ ਹੋ ਰਹੀ ਸੀ। ਭਜਨ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ। ਵੱਡੇ ਘਰ ਸੋ ਗ੍ਰਾਮ ਤੇ ਚਾਲੇ। ਜਦੋਂ ਵੱਡੇ ਘਰ ਪਿੰਡ ਤੋਂ ਚੱਲੇ ਨੇ ਡੋਲੀ ਲੈ ਕੇ, ਦਿਨ ਮੈਂ ਪਰ ਹੀ ਕਾਮ ਬਿਸਾਲੇ। ਦੁਪਹਿਰੀ ਗਰਮੀ ਬੜੀ ਪੈਂਦੀ ਹੈ, ਗਰਮੀ ਕਰਕੇ ਜਾਂ ਤੇ ਵੱਡੀ ਰਹਿਣ ਤੇ ਪਿਆਨਾ। ਕਹਿੰਦੇ ਸਵੇਰੇ ਸਵੇਰੇ ਬਹੁਤ ਛੇਤੀ ਤੁਰ ਪਏ, ਬਈ ਵੱਡੀ ਰਾਤ ਰਹਿੰਦੀ, ਅੰਮ੍ਰਿਤ ਵੇਲੇ 2, 2:30 ਵਜੇ 3 ਵਜੇ ਤੁਰੇ ਵੀ ਛੇਤੀ ਛੇਤੀ ਠੰਡੇ ਠੰਡੇ ਸਫ਼ਰ ਮੁਕਾ ਲਾਂਗੇ, ਦੁਪਹਿਰ ਦੇ ਸਫ਼ਰ ਤੋਂ ਬਚ ਜਾਵਾਂਗੇ। ਅਰਣੋ ਦਾ ਪਹੁੰਚੇ ਗੁਰਥਾਨਾ। ਤੇ ਸੂਰਜ ਚੜ੍ਹਦੇ ਚੜ੍ਹਦੇ ਨੂੰ ਕਿੱਥੇ ਪਹੁੰਚ ਗਏ? ਡਰੌਲੀ। ਇੱਥੋਂ ਕੋਈ 7 ਮੀਲ ਦਾ ਫਰਕ ਦੱਸਦੇ ਹਨ। ਭਾਈ ਕਾਹਨ ਸਿੰਘ ਜੀ ਨਾਭਾ ਨੇ ਲਿਖਿਆ ਹੈ, ਕਹਿੰਦੇ ਦਿਨ ਚੜ੍ਹਦੇ ਨੂੰ ਡਰੌਲੀ ਦੇ ਨੇੜੇ ਆ ਗਏ। ਸਾਦਾ ਸਹਿਤ ਬਰਾਤ ਅਗਾਰੀ। ਸਾਦਾ ਅਤੇ ਬਾਕੀ ਬਰਾਤੀ ਅੱਗੇ ਲੰਘ ਗਏ। ਡੋਰੀ ਸਾਧੂ ਸਹਿਤ ਪਿਛਾਰੀ। ਪਿੱਛੇ ਪਿੱਛੇ ਡੋਲੀ ਆ ਰਹੀ ਹੈ। ਸਾਧੂ ਅਤੇ ਉਹਦੀ ਪਤਨੀ ਨਵ ਵਿਆਹਤਾ ਵਹੁਟੀ ਉਹ ਡੋਲੀ ਵਿੱਚ ਹੈ ਤੇ ਸਾਧੂ ਘੋੜੀ ਤੇ ਜਾ ਰਿਹਾ ਹੈ। ਗੁਰ ਟਿਗ ਆਸਾ ਵਾਰ ਸੋ ਗਾਵੈ। ਇਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਬਾਰ 'ਚ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਆਨੰਦ ਬਣਿਆ ਹੋਇਆ ਹੈ। ਬਾਦਤ ਆਦ ਰਬਾਬ ਬਜਾਵੈ। ਰਬਾਬਾਂ ਵੱਜ ਰਹੀਆਂ ਨੇ, ਮਿਰਦੰਗ ਵੱਜ ਰਹੇ ਨੇ, ਕੀਰਤਨੀਏ ਬੜੇ ਸੁਰ ਦੇ ਵਿੱਚ ਰਾਗ ਕੀਰਤਨ ਅਲਾਪ ਕਰ ਰਹੇ ਨੇ। ਅੰਮ੍ਰਿਤ ਵੇਲੇ ਦੇ ਜਿਹੜੇ ਰਾਗ ਹਨ, ਭੈਰਵੀ ਵਗੈਰਾ, ਆਸਾ ਜੀ ਦੀ ਵਾਰ ਗਾਈ ਜਾ ਰਹੀ ਹੈ। ਆਕਲ ਕੀ ਦੋਹਤਾ ਸੁਨ ਕਾਨ। ਭਾਈ ਆਕਲ ਦੀ ਬੇਟੀ ਦੇ ਕੰਨਾਂ ਵਿੱਚ ਆਸਾ ਦੀ ਵਾਰ ਦੀਆਂ ਪੌੜੀਆਂ ਪਈਆਂ। ਜਦੋਂ ਆਸਾ ਜੀ ਦੀ ਵਾਰ ਦੀਆਂ ਪੰਕਤੀਆਂ ਬੀਬੀ ਦੇ ਕੰਨਾਂ 'ਚ ਪਈਆਂ, ਸ਼੍ਰੀ ਗੁਰ ਡੇਰਾ ਅਹਿ ਪਛਾਨ। ਉਹਨੇ ਪਛਾਣ ਲਿਆ ਵੀ ਇਹ ਤੇ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਏ ਹੋਏ ਨੇ। ਇਹ ਤਾਂ ਸਾਡੇ ਸਤਿਗੁਰੂ ਜੀ ਦਾ ਡੇਰਾ ਹੈ। ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਇੰਨੀਆਂ ਫੌਜਾਂ ਸਮੇਤ ਅੰਮ੍ਰਿਤਸਰ ਤੋਂ ਇੱਥੇ ਰੁਕੇ ਹੋਏ ਨੇ ਆ ਕੇ। ਪਿਤ ਕੇ ਸੰਗ ਗਈ ਬਹਬਾਰੀ। ਅੱਗੇ ਬੱਚੀ ਛੋਟੀ ਹੁੰਦੀ ਆਪਣੇ ਪਿਤਾ ਜੀ ਦੇ ਨਾਲ ਕਈ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਗਈ ਸੀ। ਦਰਸ਼ਨ ਦੇਖਿਓ ਹੋਤੋ ਅਗਾਰੀ। ਗੁਰੂ ਮਹਾਰਾਜ ਦੀਆਂ ਫੌਜਾਂ ਵੇਖੀਆਂ ਹੋਈਆਂ ਸੀ, ਗੁਰਬਾਣੀ ਸੁਣੀ ਹੋਈ ਸੀ, ਗੁਰੂ ਕੇ ਸਿੱਖਾਂ ਦੇ ਗੁਰਸੰਗਤਾਂ ਦੇ ਦਰਸ਼ਨ ਕੀਤੇ ਹੋਏ ਸੀ ਤੇ ਗੁਰੂ ਮਹਾਰਾਜ ਦੇ ਵੀ ਦਰਸ਼ਨ ਕੀਤੇ ਹੋਏ ਸੀ। ਹਾਂਜੀ। ਚਤਹ ਉਪਾਏ ਸਮੀਪ ਗਵਨ ਕੋ। ਮਨ 'ਚ ਸੋਚਦੀ ਹੈ ਕੋਈ ਹੀਲਾ ਕਰੀਏ, ਲੰਘਦੇ ਲੰਘਦੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਚਲੀ। ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਜਾਣਾ ਚਾਹੁੰਦੀ ਹੈ। ਕਹਿਓ ਕਹਾਰਨ ਸੰਗ ਬਚਨ ਕੋ। ਜਿਹੜੇ ਉਹ ਕਹਾਰ ਸਨ, ਮੋਢਿਆਂ ਤੇ ਜਿਹੜੇ ਪਾਲਕੀ ਡੋਲੀ ਚੁੱਕ ਕੇ ਜਾਂਦੇ ਨੇ, ਉਹਨਾਂ ਕਹਾਰਾਂ ਨੂੰ ਕਹਿਣ ਲੱਗੀ, ਤੁਮ ਜਾਣਤ ਹੋ ਸਗਰੀ ਬਾਤ। ਕਹਿਣ ਲੱਗੀ, ਵੀਰੋ ਭਰਾਓ, ਤੁਸੀਂ ਸਾਡੇ ਪਿੰਡ ਦੇ ਹੋ ਤੇ ਸਾਰੀ ਗੱਲਬਾਤ ਤੁਸੀਂ ਜਾਣਦੇ ਹੋ। ਹਮ ਕਰ ਕੋ ਸਿੱਖ ਸਦ ਬਖਿਆਤ। ਅਸੀਂ ਗੁਰੂ ਦੇ ਸਿੱਖ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਰਾਮਦਾਸ ਦੇ ਸਿੱਖ ਹਾਂ ਅਸੀਂ। ਇਹ ਡੇਰਾ ਢਿਗ ਹੈ ਗੁਰ ਕੇਰਾ। ਆ ਨਾਲ ਹੀ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦਾ ਡੇਰਾ ਹੈ। ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਇੱਥੇ ਉਤਰੇ ਹੋਏ ਜਾਪਦੇ ਹਨ। ਚਲਤ ਚਾਹਾਂ ਮੈਂ ਦਰਸ਼ਨ ਹੇਰਾ। ਵੀਰੋ ਭਰਾਵੋ, ਮੈਂ ਜਾਣਾ ਚਾਹੁੰਦੀ ਹਾਂ ਗੁਰੂ ਦਰਬਾਰ ਦੇ ਵਿੱਚ। ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਇਮ ਕਹਿ ਦਰਬਕ ਹਾਰਨ ਦੀਨ। ਤੇ ਇਦਾਂ ਕਹਿ ਕੇ ਉਸ ਬੱਚੀ ਨੇ ਆਪਣੇ ਕੋਲੋਂ ਵਾਧੂ ਪੈਸੇ ਉਸ ਕਹਾਰਾਂ ਨੂੰ ਦਿੱਤੇ ਜਿਹੜੇ ਡੋਲੀ ਚੁੱਕ ਕੇ ਤੁਰਦੇ ਸਨ।
ਉਹਨਾਂ ਨੂੰ ਆਖਿਆ ਵੀ ਮੈਂ ਤੁਹਾਨੂੰ ਆਪਣੇ ਕੋਲੋਂ ਵੀ ਆ ਕੁਝ ਮਾਇਆ ਦੇਣੀ ਆ, ਰੱਬ ਦੇ ਵਾਸਤੇ ਕੁਝ ਮਿੰਟ ਤੁਸੀਂ ਗੱਡੀ ਇਹ ਜਿਹੜੀ ਹੈ ਡੋਲੀ ਇੱਥੇ ਰੋਕੋ, ਉਤਾਰੋ ਤੇ ਮੈਨੂੰ ਮਹਾਰਾਜ 6ਵੇਂ ਪਾਤਸ਼ਾਹ ਦੇ ਦਰਸ਼ਨ ਕਰ ਲੈਣ ਦਿਓ। ਲਗੇ ਲੋਭ ਤਬ ਚਲਬੋ ਕੀਨ। ਉਹ ਜਿਹੜੇ ਕਹਾਰ ਸਨ ਲੋਭ ਵਿੱਚ ਆ ਗਏ, ਉਹਨਾਂ ਨੇ ਡੋਲੀ ਦਾ ਮੂੰਹ ਮੋੜ ਲਿਆ। ਜਿੱਧਰ 6ਵੇਂ ਪਾਤਸ਼ਾਹ ਦਾ ਪੜਾਅ ਲੱਗਾ ਹੋਇਆ ਸੀ, ਡਰੋਲੀ ਪਿੰਡ ਵੱਲ ਮੁੜ ਪਏ। ਦੂਰ ਟਕਾਏ ਉਤਰ ਕਰ ਡੋਰੀ। ਆਪਣੀ ਡੋਲੀ ਨੂੰ ਦੂਰ ਰੁਕਵਾ ਲਿਆ ਤੇ ਉਤਰ ਪਈ ਹੈ। ਗਮਨੀ ਸ਼੍ਰੀ ਹਰ ਗੋਬਿੰਦ ਔਰੀ। ਔਰ ਇਹ ਸੁਭਾਗਣ ਬੱਚੀ ਕਰਮਾਂ ਵਾਲੀ ਬੀਬੀ ਭਾਈ ਆਕਲ ਦੀ ਪੁੱਤਰੀ ਬੜੀ ਸ਼ਰਧਾ ਨਾਲ ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਕਰਨ ਲਈ ਚੱਲ ਪਈ ਹੈ। ਆਕਲ ਸਦਾ ਆਨੰਦ ਮਨ ਧਾਰਿਓ। ਇਹ ਬੱਚੀ ਨੂੰ ਬੜਾ ਆਨੰਦ ਖੁਸ਼ੀ ਹੋਈ ਵੀ ਗੁਰੂ ਮਹਾਰਾਜ ਦੇ ਦਰਸ਼ਨ ਮੈਨੂੰ ਅੱਜ ਹੋ ਰਹੇ ਨੇ। ਜ਼ਿੰਦਗੀ ਦਾ ਬੜਾ ਇਮਤਿਹਾਨ ਦਾ ਸਮਾਂ ਚੱਲ ਰਿਹਾ। ਇੱਕ ਪਾਸੇ ਵਿਆਹ ਦੀ ਖੁਸ਼ੀ ਹੈ, ਦੂਜੇ ਪਾਸੇ ਆਪਣੇ ਪਿਤਾ ਦਾ ਘਰ ਛੱਡਿਆ ਹੈ ਤੇ ਸਹੁਰੇ ਘਰ ਜਾਣਾ ਹੈ। ਪਰ ਸਹੁਰੇ ਘਰ ਵਿੱਚ ਜਿਹੜੇ ਹਨ ਸਰਵਰੀਏ ਲਾਲਾਂ ਵਾਲੇ ਨੂੰ ਮੰਨਣ ਵਾਲੇ, ਉਹਨਾਂ ਦੇ ਨਾਲ ਬਣ ਕਿਵੇਂ ਆਵੇਗੀ, ਇਸ ਗੱਲ ਦੀ ਚਿੰਤਾ ਵੀ ਹੈ। ਸੋ ਬੜੀ ਅਸਮੰਜਸ ਦੀ ਘੜੀ ਸੀ ਜਦੋਂ ਇਸ ਬੱਚੀ ਨੂੰ ਮਹਾਰਾਜ ਸਾਹਿਬ ਦੇ ਦਰਸ਼ਨ ਹੋ ਗਏ। ਮਨ ਖੁਸ਼ ਹੋਇਆ ਵੀ ਅੱਜ ਸਤਿਗੁਰਾਂ ਦੇ ਦਰਸ਼ਨ ਹੋਏ ਨੇ। ਬੈਠੇ ਸਤਿਗੁਰ ਦਰਸ ਨਿਹਾਰਿਓ। ਮਹਾਬਲੀ ਸੂਰਬੀਰ ਯੋਧੇ, ਦੇਖ ਦੇਖ ਦੇ ਧਨੀ ਮੀਰੀਆਂ ਪੀਰੀਆਂ ਦੇ ਮਾਲਕ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਪਰਉਪਕਾਰੀ ਪਾਤਸ਼ਾਹ ਤਖਤ ਤੇ ਬੈਠੇ ਹੋਏ। ਸੀਸ ਤੇ ਬੜਾ ਆਲੀਸ਼ਾਨ ਸੁੰਦਰ ਚੰਦੋਆ ਲੱਗਾ ਹੋਇਆ। ਚੌਰ ਬਰਦਾਰ ਚੌਰ ਕਰ ਰਹੇ ਨੇ। ਕੋਟ ਸੂਰ ਜਾਕੈ ਪ੍ਰਗਾਸ਼, ਕਰੋੜਾਂ ਸੂਰਜਾਂ ਦੀ ਚਮਕ ਚਿਹਰੇ ਤੇ ਪੈਂਦੀ ਹੈ। ਦਰਬਾਰ ਸਜਿਆ ਹੋਇਆ ਮਹਾਰਾਜ ਦਾ। ਸਭਾ ਵਿਸਾਲ ਲੱਗੀ ਚੌਹਾਂ ਫੇਰੇ। ਆਲੇ ਦੁਆਲੇ ਬਹੁਤ ਵੱਡਾ ਦੀਵਾਨ ਹੈ। ਬਹੁਤ ਸੰਗਤਾਂ ਹਜ਼ਾਰਾਂ ਦੀ ਤਾਦਾਦ 'ਚ ਬੈਠੀਆਂ ਨੇ। ਕੋਈ ਮਾਲਾ ਫੇਰ ਰਹੇ ਨੇ, ਕੋਈ ਗੁਰਬਾਣੀ ਪੜ੍ਹ ਰਹੇ ਨੇ, ਕੋਈ ਸ਼ਸਤਰ ਬਸਤਰ ਪਹਿਨ ਕੇ ਗੁਰੂ ਦੀਆਂ ਫੌਜਾਂ ਬੈਠੀਆਂ ਨੇ, ਕੋਈ ਗੁਰੂ ਦੀਆਂ ਸੰਗਤਾਂ ਬੈਠੀਆਂ ਨੇ, ਮਸੰਦ ਬੈਠੇ ਨੇ। ਬਹੁਤ ਵੱਡੀ ਸਭਾ ਲੱਗੀ ਹੋਈ ਹੈ। ਨਰ ਨਾਰੀ ਸੁਨ ਸ਼ਬਦ ਕਨੇਰੇ। ਕੀਰਤਨ ਹੋ ਰਿਹਾ ਹੈ ਤੇ ਰਾਗੀ ਕੀਰਤਨ ਬੜੇ ਆਨੰਦ ਵਿੱਚ ਰਾਗਾਂ ਵਿੱਚ ਕਰਦੇ ਨੇ। ਇਸਤਰੀ ਪੁਰਸ਼ ਸਭੋ ਸੁਣਦੇ ਹਨ। ਜਗ ਕਰ ਜੋਰ ਬੰਦਨਾ ਕੀਨ। ਦੋਵੇਂ ਹੱਥ ਜੋੜ ਕੇ ਬੜੀ ਸ਼ਰਧਾ ਨਾਲ, ਨਿਮਰਤਾ ਨਾਲ ਬੀਬੀ ਨੇ ਮਹਾਰਾਜ ਨੂੰ ਮੱਥਾ ਟੇਕਿਆ। ਬੈਠੀ ਸ਼ਬਦ ਬਿਖੈ ਚਿਤ ਦੀਨ। ਔਰ ਮਹਾਰਾਜ ਦੀ ਬਾਣੀ ਸੁਣਨ ਲੱਗੀ, ਬੈਠ ਗਈ। ਕਿਤਕ ਵਾਰ ਮਹਿ ਆਸਾ ਵਾਰ। ਕੁਝ ਮਿੰਟਾਂ ਬਾਅਦ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਮਾਪਤ ਹੋ ਗਿਆ, ਭੋਗ ਪੈ ਗਿਆ। ਪਾਇਓ ਭੋਗ ਆਨੰਦ ਕੋ ਧਾਰ। ਬੜੇ ਆਨੰਦ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਦਾ ਭੋਗ ਪਾ ਦਿੱਤਾ ਗਿਆ। ਤਬ ਸਤਿਗੁਰ ਤਿਸ ਔਰ ਨਿਹਾਰੇ। ਤਾਂ ਉਸ ਵੇਲੇ ਮਹਾਰਾਜ ਜੀ ਨੇ ਉਸ ਬੱਚੀ ਵੱਲ ਵੇਖਿਆ, ਸਗਰੋ ਬੇਸ ਬਿਆਹ ਕੋ ਧਾਰੇ। ਕਿਉਂਕਿ ਉਹਨੇ ਚੂੜਾ ਪਾਇਆ ਹੋਇਆ ਸੀ ਅਤੇ ਲਾਲ ਰੰਗ ਦਾ ਸੂਹਾ ਕੱਪੜਾ ਸੂਟ, ਜਿਹੜਾ ਡੋਲੀ 'ਚੋਂ ਉਤਰਨ ਵੇਲੇ ਪਾਉਂਦੀਆਂ ਬੀਬੀਆਂ, ਡੋਲੀ ਚੜ੍ਹਨ ਵੇਲੇ ਵਿਆਹ ਦੀਆਂ ਜਿਹੜੀਆਂ ਨਿਸ਼ਾਨੀਆਂ ਹਨ, ਜੋ ਵਿਆਹ ਦਾ ਸੁਹਾਗ ਦਾ ਜੋੜਾ ਹੈ, ਉਹ ਬੱਚੀ ਨੇ ਪਾਇਆ ਹੋਇਆ। ਪਤਾ ਲੱਗ ਰਿਹਾ ਵੀ ਵਿਆਹ ਵਾਲੀ ਲੜਕੀ ਹੈ। ਗੁਰੂ ਸਾਹਿਬ ਨੇ ਉਸ ਬੱਚੀ ਵੱਲ ਵੇਖਿਆ ਹੈ। ਬੜੀ ਪ੍ਰਾਤ ਕਿਤ ਤੇ ਚਲ ਆਈ। ਤੇ ਸਤਿਗੁਰੂ ਜਾਣੀ ਜਾਣ ਸੋਚਦੇ ਵੀ ਇਹ ਅੰਮ੍ਰਿਤ ਵੇਲਾ ਹੈ, ਸਵੇਰੇ ਸਵੇਰੇ ਕਿੱਥੋਂ ਆ ਗਈ ਹੈ। ਵਿਆਹ ਵਾਲੀ ਲੜਕੀ ਵਿਆਹ ਵਾਲਾ ਜੋੜਾ ਪਾ ਕੇ ਸਵੇਰੇ ਸਵੇਰੇ 5-6 ਵਜੇ ਦਰਬਾਰ 'ਚ ਪਹੁੰਚੀ ਹੈ। ਹਾਂਜੀ। ਕੋ ਕਾਰਜ ਅਰ ਕਹਾਂ ਸਿਧਾਈ। ਤੇ ਮਹਾਰਾਜ ਪੁੱਛਦੇ, ਪੁੱਤਰੀ ਬੇਟਾ ਕੀ ਕੰਮ ਹੈ, ਕਿੱਥੇ ਚੱਲੀ ਐ? ਆਕਲ ਸਤਾ ਕਹਿਓ ਤਿਸ ਬੇਰੇ। ਭਾਈ ਆਕਲ ਤਰਖਾਣ ਦੀ ਬੇਟੀ ਹੱਥ ਜੋੜ ਕੇ ਕਹਿਣ ਲੱਗੀ, ਗ੍ਰਹਿ ਵੱਡੇ ਘਰ ਨਹਿਰ ਮੇਰੇ। ਸੱਚੇ ਪਾਤਸ਼ਾਹ ਜੀ, ਮੇਰੇ ਪੇਕੇ ਵੱਡੇ ਘਰ ਵਿੱਚ, ਵੱਡਾ ਘਰ ਪਿੰਡ ਨੂੰ ਕਹਿੰਦੇ, ਪਿੰਡ ਦਾ ਨਾਮ ਹੈ ਵੱਡੇ ਘਰ। ਵੱਡੇ ਘਰ ਸਾਡਾ ਪਿੰਡ ਹੈ। ਸਰਵਰ ਕੇ ਸੇਵਕ ਸਸੁਰਾਰੇ। ਮੇਰੇ ਪਿਤਾ ਜੀ ਬਾਬਾ ਆਕਲ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਸਿੱਖ ਹਨ। ਆਪ ਜੀ ਉਹਨਾਂ ਨੂੰ ਜਾਣਦੇ ਹੋ। ਸੱਚੇ ਪਾਤਸ਼ਾਹ, ਮੈਂ ਭਾਈ ਆਕਲ ਦੀ ਬੇਟੀ ਹਾਂ।
ਤੁਕਲਾਣੀ ਪਿੰਡ ਦੇ ਮੇਰੇ ਸਹੁਰੇ ਹਨ। ਉੱਥੇ ਮੈਂ ਵਿਆਹ ਕੇ ਜਾ ਰਹੀ ਹਾਂ। ਮੇਰੇ ਸਹੁਰੇ ਸਰਵਰ ਨੂੰ ਮੰਨਦੇ ਨੇ, ਲਾਲਾਂ ਵਾਲੇ ਨੂੰ ਮੰਨਦੇ ਨੇ। ਇਹ ਚਿੰਤਾ ਚਿਤ ਪਈ ਉਦਾਰੇ। ਪਰ ਮਹਾਰਾਜ, ਇਹ ਖੁਸ਼ੀ ਦੀ ਘੜੀ ਵਿੱਚ ਮੈਂ ਚਿੰਤਾ 'ਚ ਡੁੱਬੀ ਹੋਈ ਹਾਂ ਕਿ ਮੇਰਾ ਵਿਆਹ ਤਾਂ ਹੋਇਆ, ਪਰ ਹੋਇਆ ਲਾਲਾਂ ਵਾਲੇ ਦੇ ਚੇਲਿਆਂ ਦੇ ਘਰ ਹੈ, ਸਰਵਰੀਆਂ ਦੇ ਘਰ ਹੈ। ਉਹਨਾਂ ਦੇ ਘਰ ਜਾ ਕੇ ਕਿਵੇਂ ਰਵਾਂਗੀ? ਉਹਨਾਂ ਨਾਲ ਕਿਸ ਤਰ੍ਹਾਂ ਮੇਰਾ ਮੇਲ ਜੋਲ ਬਣੇਗਾ? ਅਬ ਮੈਂ ਦਰਸ਼ਨ ਕਰ ਹਾਂ ਗੁਰ ਕਾ। ਮੈਂ ਮਨ 'ਚ ਸੋਚਿਆ ਵੀ ਆਪ ਜੀ ਦੇ ਦਰਸ਼ਨ ਕਰ ਚੱਲਾਂ। ਹੁਣ ਮੈਂ ਆਪ ਦੇ ਦਰਸ਼ਨ ਕੀਤੇ, ਮੇਰੇ ਮਨ ਨੂੰ ਸ਼ਾਂਤੀ ਆਈ, ਹੌਸਲਾ ਹੋਇਆ। ਗੁਰੂ ਜੀ, ਪੂਰਨ ਹੋਏ ਮਨੋਰਥ ਔਰ ਕਾ। ਮੇਰੇ ਮਨ ਦਾ ਹੁਣ ਮਨੋਰਥ ਪੂਰਾ ਹੋਵੇਗਾ। ਮੇਰੇ ਤੇ ਤੁਹਾਡੀ ਕਿਰਪਾ ਹੋਈ ਹੈ। ਦਰਸ਼ਨ ਪਰਸੀਐ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਪੁੰਨ ਮੈਂ ਪਰਬਸ ਪਰੋ ਦੁਖਾਰੀ। ਫਿਰ ਮੈਂ ਸਹੁਰਿਆਂ ਦੇ ਘਰ ਚਲੀ ਜਾਣਾ ਹੈ ਗੁਰੂ ਜੀ, ਪਰਾਏ ਵਸ ਪੈ ਜਾਣਾ ਹੈ। ਮੇਰੇ ਸਹੁਰੇ ਮੈਨੂੰ ਗੁਰੂ ਘਰ ਆਉਣ ਦੇਣਗੇ? ਪਤਾ ਨਹੀਂ, ਨਾ ਹੀ ਆਉਣ ਦੇਣਗੇ। ਮੇਰੇ ਸਹੁਰੇ ਮੈਨੂੰ ਗੁਰਬਾਣੀ ਪੜ੍ਹਨ ਦੇਣਗੇ? ਪਤਾ ਨਹੀਂ, ਨਹੀਂ ਪੜ੍ਹਨ ਦੇਣਗੇ। ਜਿੱਦਾਂ ਉਹਨਾਂ ਦੀ ਬਿਰਤੀ ਹੋਵੇਗੀ ਉੱਦਾਂ ਮੈਨੂੰ ਰਹਿਣਾ ਪਵੇਗਾ। ਨਹਿ ਮੇਰੋ ਬਸ ਚਲ ਹੈ ਵਿਚਾਰੀ। ਅੱਜ ਤਾਂ ਮਹਾਰਾਜ ਤੁਹਾਡੇ ਦਰਸ਼ਨ ਕਰ ਲਏ ਨੇ, ਹੁਣ ਅੱਗੇ ਜ਼ਿੰਦਗੀ 'ਚ ਪਤਾ ਨਹੀਂ ਗਰੀਬ ਨਵਾਜ਼ ਤੁਹਾਡੇ ਦਰਸ਼ਨ ਹੋਣੇ ਨੇ ਕਿ ਨਹੀਂ ਹੋਣੇ। ਮੈਂ ਬਗਾਨੇ ਵਸ ਪੈ ਜਾਣਾ, ਸਹੁਰਿਆਂ ਦੇ ਵਸ ਰਹਿਣਾ। ਉੱਥੇ ਮੈਨੂੰ ਉਹਨਾਂ ਦੀ ਗੱਲ ਮੰਨਣੀ ਪੈਣੀ ਹੈ। ਜਾਂ ਤੇ ਮੈਂ ਚੱਲ ਕਰ ਅਬ ਆਈ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੀ ਹਜ਼ੂਰੀ 'ਚ ਚੱਲ ਕੇ ਆਈ ਹਾਂ। ਸੁਨਿਓ ਸ਼ਬਦ ਤੁਮ ਦਰਸ਼ਨ ਪਾਈ। ਮਹਾਰਾਜ, ਆਪ ਜੀ ਦੀ ਬਾਣੀ ਸੁਣੀ ਹੈ, ਸ਼ਬਦ ਕੀਰਤਨ ਸੁਣਿਆ ਹੈ, ਦਰਸ਼ਨ ਕੀਤੇ ਹਨ, ਮਨ ਨੂੰ ਠੰਡ ਪੈ ਗਈ ਹੈ। ਸਤਿਗੁਰੂ ਜੀ, ਸੁਨ ਕੰਨਿਆ ਤੇ ਭਏ ਕਿਰਪਾਲ। ਮੇਰੇ ਮਹਾਰਾਜ, ਮੀਰੀਆਂ ਪੀਰੀਆਂ ਦੇ ਮਾਲਕ, ਉਸ ਬੱਚੀ ਦੀ ਬੇਨਤੀ ਸੁਣ ਕੇ ਕਿਰਪਾ ਦੇ ਘਰ 'ਚ ਆ ਗਏ। ਹੇਰੀ ਸ਼ਰਧਾ ਪਾਹੋ ਵਿਸਾਲ। ਉਸ ਬੱਚੀ ਦੀ ਸ਼ਰਧਾ, ਉਹਦੀ ਭਾਵਨਾ, ਉਹਦਾ ਪ੍ਰੇਮ ਦੇਖਿਆ ਹੈ। ਸ਼੍ਰੀ ਮੁਖ ਤੇ ਅੰਮ੍ਰਿਤ ਸਮ ਕਹਿਓ। ਤੇ ਮਹਾਰਾਜ ਆਪਣੇ ਪਾਵਨ ਮੁਖਾਰ ਬਿੰਦ ਤੋਂ ਅੰਮ੍ਰਿਤ ਵਰਗੇ ਮਿੱਠੇ ਬੋਲ ਬੋਲੇ ਹਨ। ਤੇਰੋ ਲੇਖ ਇਸੀ ਬਿਦ ਲਹਿਓ। ਕਹਿਣ ਲੱਗੇ, ਪੁੱਤਰੀ, ਬੇਟੀ, ਤੇਰੇ ਲੇਖ ਇਸੇ ਤਰ੍ਹਾਂ ਲਿਖੇ ਹੋਏ ਆ। ਜੋ ਵਾਹਿਗੁਰੂ ਨੇ, ਪ੍ਰਮਾਤਮਾ ਨੇ ਕਿਸੇ ਦੇ ਮੱਥੇ ਤੇ ਲੇਖ ਲਿਖੇ ਹੁੰਦੇ ਨਾ, ਉਹੀ ਚੀਜ਼ ਉਹਨੂੰ ਮਿਲਦੀ ਹੈ। ਉੱਥੇ ਹੀ ਸੰਜੋਗ ਹੁੰਦਾ। ਸੰਜੋਗ ਵਿਜੋਗ ਧੁਰੋਂ ਹੀ ਹੁਆ। ਜਿੱਥੇ ਕਿਸੇ ਦਾ ਰਿਸ਼ਤਾ ਬਣਨਾ, ਸੰਬੰਧ ਬਣਨਾ, ਸੰਜੋਗ ਹੋਣਾ, ਉਹ ਅਕਾਲ ਪੁਰਖ ਨੇ ਪਹਿਲਾਂ ਲਿਖਿਆ ਹੋਇਆ। ਹਾਂਜੀ, ਚੱਲ ਆਈ ਸਤ ਸੰਗਤ ਸ਼ਰਣੀ। ਤੂੰ ਹੁਣ ਗੁਰੂ ਦੀ ਸ਼ਰਨ ਵਿੱਚ ਆ ਗਈ ਹੈ ਬੇਟਾ। ਲਿਖਾ ਹੈ ਲੇਖ ਅਬ ਜਿਉ ਸ਼ੁਭ ਕਰਨੀ। ਹੁਣ ਤੇਰੇ ਲੇਖ ਬਦਲ ਦਿਆਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਇਹ ਕਈ ਵਾਰੀ ਸ਼ੰਕਾ ਹੁੰਦਾ। ਮਹਾਰਾਜ ਦਸਵੇਂ ਪਾਤਸ਼ਾਹ ਕੋਲ ਵੀ ਇੱਕ ਪੀਰ ਨੇ, ਮੁਸਲਮਾਨ ਨੇ ਪੁੱਛਿਆ, ਕਹਿੰਦਾ, ਸਤਿਗੁਰੂ ਜੀ, ਮੈਂ ਆਪ ਜੀ ਕੋਲੋਂ ਇੱਕ ਗੱਲ ਪੁੱਛਣੀ ਚਾਹੁੰਦਾ। ਮਹਾਰਾਜ ਕਹਿੰਦੇ, ਜੀ ਪੁੱਛੋ। ਪੀਰ ਕਹਿੰਦਾ, ਮਹਾਰਾਜ, ਤੁਸੀਂ ਹਿੰਦੂ, ਮੁਸਲਮਾਨ, ਸਿੱਖ ਸਾਰੇ ਮੰਨਦੇ ਹੋ ਵੀ ਜੋ ਮੱਥੇ ਤੇ ਲਿਖਿਆ ਹੈ ਮਿਟਦਾ ਨਹੀਂ। ਮਹਾਰਾਜ ਕਹਿੰਦੇ, ਹਾਂ, ਜੋ ਮੱਥੇ ਤੇ ਲਿਖਿਆ ਉਹ ਮਿਟਦਾ ਨਹੀਂ। ਕਹਿਣ ਲੱਗਾ, ਫਿਰ ਜੇ ਨਹੀਂ ਮਿਟਦਾ ਤੇ ਫਿਰ ਤੁਹਾਡੇ ਸਿੱਖ ਅਰਦਾਸਾਂ ਕਿਉਂ ਕਰਦੇ ਨੇ ਵੀ ਮੇਰਾ ਇਹ ਕੰਮ ਬਣ ਜਾਵੇ? ਜੇ ਲਿਖਿਆ ਹੋਏਗਾ ਬਣ ਜਾਣਾ, ਨਹੀਂ ਲਿਖਿਆ ਤੇ ਨਹੀਂ ਬਣਨਾ। ਅਰਦਾਸ ਕਰਨ ਦਾ ਕੀ ਫਾਇਦਾ? ਗੁਰੂ ਦਰਬਾਰ 'ਚ ਆਉਣ ਦਾ ਕੀ ਫਾਇਦਾ? ਕਥਾ ਕੀਰਤਨ ਸੁਣਨ ਦਾ ਕੀ ਫਾਇਦਾ ਜੇ ਲੇਖ ਹੀ ਨਹੀਂ ਮਿਟਣੇ? ਦਸਵੇਂ ਪਾਤਸ਼ਾਹ ਨੇ ਆਪਣੀ ਮੋਹਰ ਕੱਢੀ ਤੇ ਕਹਿਣ ਲੱਗੇ, ਇਹ ਮੋਹਰ ਦੇ ਅੱਖਰ ਪੜ੍ਹੋ। ਪੀਰ ਜ਼ੋਰ ਲਾ ਥੱਕਿਆ, ਅੱਖਰ ਨਹੀਂ ਪੜ੍ਹੇ ਗਏ। ਮਹਾਰਾਜ ਕਹਿੰਦੇ, ਪੜ੍ਹੇ ਕਿਉਂ ਨਹੀਂ ਜਾਂਦੇ? ਕਹਿੰਦਾ, ਜੀ ਪੁੱਠੇ ਹਨ। ਮਹਾਰਾਜ ਕਹਿੰਦੇ, ਸਿੱਧੇ ਕਰ ਦਈਏ। ਮਹਾਰਾਜ ਨੇ ਸਿਆਹੀ ਲਾ ਕੇ ਜਦੋਂ ਕਾਗਜ਼ ਤੇ ਲਾ ਕੇ ਅੱਗੇ ਰੱਖੀ, ਝੱਟ ਪੜ੍ਹ ਲਿਆ। ਕਹਿੰਦੇ, ਹੁਣ ਕਿਵੇਂ ਪੜ੍ਹ ਲਏ? ਕਹਿੰਦੇ, ਜੀ ਹੁਣ ਸਿੱਧੇ ਹੋ ਗਏ। ਮਹਾਰਾਜ ਕਹਿੰਦੇ, ਮੱਥੇ ਦੇ ਲੇਖ ਹੁੰਦੇ ਤੇ ਪੁੱਠੇ ਨੇ, ਪਰ ਜਦੋਂ ਗੁਰੂ ਦੇ ਚਰਨਾਂ ਤੇ ਲੱਗ ਜਾਂਦੇ ਨਾ ਤੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਆ। ਤਾਂ ਅੱਜ ਛੇਵੇਂ ਪਾਤਸ਼ਾਹ ਦੇਖੋ, ਕਹਿੰਦੇ, ਪੁੱਤਰੀ, ਲੇਖ ਤਾਂ ਤੇਰੇ ਲਿਖੇ ਇੱਦਾਂ ਦੇ ਹੀ, ਪਰ ਹੁਣ ਸਿੱਧੇ ਕਰਨ ਲੱਗੇ ਆ।
ਹਾਂਜੀ। ਦੋਹਰਾ ਪਿਤਾ ਦਿਓ ਪਕਵਾਨ ਕੁਛ, ਹਾਂ, ਪਿਤਾ ਨੇ ਇਸ ਬੱਚੀ ਨੂੰ ਕੁਝ ਮਠਿਆਈਆਂ, ਕੁਝ ਪਕਵਾਨ ਦਿੱਤੇ ਸੀ। ਸੋਗਰ ਅਗਰ ਚੜਾਏ, ਉਹ ਇਸ ਬੱਚੀ ਨੇ ਮਹਾਰਾਜ ਦੇ ਅੱਗੇ ਚੜਾਵਾ ਚੜਾ ਦਿੱਤੇ। ਧੰਨ ਗੁਰੂ ਸਭ ਸ਼ਕਤ ਧਰ, ਧੰਨ ਗੁਰੂ ਹਰਗੋਬਿੰਦ ਸਾਹਿਬ ਸਾਰੀਆਂ ਸ਼ਕਤੀਆਂ ਦੇ ਮਾਲਕ, ਸਰਬ ਕਲਾ ਸਮਰੱਥ, ਸਭ ਤੇ ਵੱਡ ਸਮਰੱਥ ਗੁਰਦੇਵ, ਜਿਹੜਾ ਕੰਮ ਨਹੀਂ ਹੋ ਸਕਦਾ ਉਹ ਕਰ ਸਕਦੇ ਸੱਚੇ ਪਾਤਸ਼ਾਹ ਜੀ। ਲੀਚਹ ਮੋਹਿ ਬਚਾਏ, ਕਹਿਣ ਲੱਗੀ ਮਹਾਰਾਜ ਮੈਨੂੰ ਬਚਾ ਲਓ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਨੂੰ ਸਿੱਖੀ ਦੀ ਦਾਤ ਚਾਹੀਦੀ ਮਹਾਰਾਜ, ਮੈਨੂੰ ਬਗਾਨੇ ਵਸ ਨਾ ਪਾਓ, ਆਪਣੀ ਹਜ਼ੂਰੀ ਵਿੱਚ ਹੀ ਰੱਖੋ। ਹਾਂਜੀ। ਚਾਪਈ ਸੁਨ ਪ੍ਰਸੰਨ ਕਰ ਬਾਕ ਬਖਾਨਾ, ਸੁਣ ਕੇ ਮਹਾਰਾਜ ਪ੍ਰਸੰਨ ਹੋਏ ਤੇ ਰਸਨਾ ਤੋਂ ਬਚਨ ਕੀਤਾ। ਨਵੋ ਲੇਖ ਲਿਖ ਬੋ ਤੁਮ ਠਾਨਾ, ਲੈ ਧੀਏ ਤੇਰਾ ਨਵਾਂ ਲੇਖ ਲਿਖਤਾ, ਤੇਰੇ ਕਰਮਾਂ ਵਿੱਚ ਜਿਹੜਾ ਲੇਖ ਸੀ ਉਹ ਬਦਲ ਦਿੱਤਾ ਅਸੀਂ। ਹਾਂਜੀ। ਪਿਤਾ ਤੋਹਿ ਸਿਖ ਸੋ ਤੇ ਤਰਿਓ, ਤੇਰਾ ਪਿਤਾ ਭਾਈ ਆਕਲ, ਉਹ ਤੇ ਗੁਰੂ ਰਾਮਦਾਸ ਦਾ ਸਿੱਖ ਹੈ, 3 ਪਾਤਸ਼ਾਹੀਆਂ ਦੀ ਉਹਨੇ ਸੇਵਾ ਕੀਤੀ ਹੈ, ਉਹਦਾ ਤਰਿਆ ਹੀ ਹੈ। ਹਾਂਜੀ। ਘਰ ਸਸਰਾਰ ਕਰ ਤਾਰਥ ਕਰਿਓ, ਤੂੰ ਚੱਲੀ ਹੈ ਜਿਹੜੇ ਘਰ, ਉਹ ਘਰ ਵੀ ਤਰ ਜਾਏਗਾ, ਤੇਰੇ ਸਹੁਰਿਆਂ ਦਾ ਪਰਿਵਾਰ ਵੀ ਤਰ ਜਾਏਗਾ। ਸਿੱਖੀ ਦਾਨ ਦੀਨ ਹਮ ਤੋਹੀ, ਬਚੀਏ ਤੈਨੂੰ ਸਿੱਖੀ ਦਾ ਦਾਨ ਦਿੱਤਾ ਹੈ, ਸਿੱਖੀ ਵਰਗੀ ਕੋਈ ਦਾਤ ਨਹੀਂ, ਗੁਰੂ ਨਾਨਕ ਦੀ ਸਿੱਖੀ ਤੈਨੂੰ ਪ੍ਰਾਪਤ ਹੋਈ ਹੈ। ਅਧਿਕ ਸਿੱਖ ਸਤ ਤੇਰੋ ਹੋਹੀ, ਹਾਂ, ਮਹਾਰਾਜ ਕਹਿਣ ਲੱਗੇ ਤੇਰਾ ਸਿੱਖ ਬੜਾ ਵੱਡਾ, ਤੇਰਾ ਪੁੱਤਰ ਬੜਾ ਵੱਡਾ ਸਿੱਖ ਹੋਵੇਗਾ। ਇਹ ਵਰ ਵੀ ਦੇਤਾ, ਨਾਲੇ ਪੁੱਤਰ ਦਾ ਵਰ ਦੇਤਾ, ਨਾਲ ਖਾਨਦਾਨ 'ਚ ਸਿੱਖੀ ਦਾ ਵਰ ਦੇਤਾ। 6ਵੇਂ ਪਾਤਸ਼ਾਹ ਨੇ, ਤੇਰਾ ਪੁੱਤਰ ਬੜਾ ਵੱਡਾ ਸਿੱਖ ਹੋਵੇਗਾ। ਹਾਂਜੀ। ਪਤ ਵੀ ਸਿੱਖ ਹੋਏ ਹੈ ਭਲੇ, ਤੇਰਾ ਪਤੀ ਵੀ ਸਿੱਖ ਬਣ ਜਾਏਗਾ, ਤੇ ਤੇਰਾ ਪੁੱਤਰ ਜਿਹੜਾ ਤੇਰੀ ਗੋਦ ਤੋਂ ਜੰਮੇਗਾ ਉਹ ਵੀ ਸਿੱਖ ਮਹਾਨ ਹੋਵੇਗਾ। ਗੁਰ ਸਿੱਖੀ ਕੇ ਮਾਰਗ ਚਲੇ, ਔਰ ਸਿੱਖੀ ਦੇ ਮਾਰਗ ਤੇ ਚੱਲੇਗਾ ਤੇਰਾ ਪੁੱਤਰ। ਇਮ ਗੁਰ ਬਾਕ ਸੁਨਿਓ ਹਰ ਖਾਈ, ਇਹ ਵਰ ਦਿੱਤਾ ਮਹਾਰਾਜ ਨੇ, ਬੱਚੀ ਬੜੀ ਖੁਸ਼ ਹੋਈ ਹੈ। ਧੰਨ ਗੁਰੂ ਕੇ ਹੱਥ ਬਚਾਈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਸੀਂ ਮੈਨੂੰ ਵਰ ਦੇ ਕੇ ਨਿਹਾਲ ਕਰ ਦਿੱਤਾ, ਮੈਨੂੰ ਬਚਾ ਲਿਆ ਹੈ। ਜਬ ਸਾਦੇ ਨੇ ਪਖੀ ਨਾ ਡੋਰੀ, ਭਾਈ ਸਾਦਾ ਜਿਹੜਾ ਉਸ ਬੱਚੀ ਦਾ ਸਹੁਰਾ ਸੀ, ਅੱਗੇ ਅੱਗੇ ਜਾ ਰਿਹਾ ਸੀ, ਉਹਨੇ ਵੇਖਿਆ ਪਿੱਛੇ ਡੋਲੀ ਨਹੀਂ ਆ ਰਹੀ, ਇਹ ਕੀ ਬਣ ਗਿਆ। ਹਾਂਜੀ। ਏਕਲ ਸਤ ਆਇਓ ਨਿਜ ਔਰੀ, ਕੱਲਾ ਪੁੱਤਰ ਆ ਗਿਆ ਸਾਧੂ, ਤੇ ਉਹਦੀ ਘਰਵਾਲੀ ਵਹੁਟੀ ਕਿੱਥੇ ਹੈ। ਕਹ ਸਾਧੂ ਢੋਰੀ ਕਿਤ ਸ਼ੋਰੀ, ਆਪਣੇ ਪੁੱਤਰ ਨੂੰ ਪੁੱਛਦਾ, ਓਏ ਸਾਧੂ ਤੇਰੀ ਘਰਵਾਲੀ ਤੇਰੀ ਵਹੁਟੀ ਡੋਲਾ ਕਿੱਥੇ ਛੱਡ ਆਇਆ ਹੈ। ਕਹਿਓ ਸੋ ਗਮਨੀ ਸਤਗੁਰ ਔਰੀ, ਕਹਿਣ ਲੱਗਾ ਪਿਤਾ ਜੀ ਮੇਰੀ ਘਰਵਾਲੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਣ ਗਈ ਹੈ। ਸੁਨ ਸਤ ਤੇਰੇ ਸ ਉਰ ਮਹਸ਼ਾਈ, ਬਾਬੂ ਨੂੰ ਗੁੱਸਾ ਚੜ ਗਿਆ, ਵੱਟ ਚੜ ਗਿਆ, ਕਿਉਂਕਿ ਲਾਲਾ ਨੂੰ ਵਾਲੇ ਨੂੰ ਮੰਨਣ ਵਾਲੇ ਸਰਵਰੀਏ ਜਿਹੜੇ ਨਾ, ਪੰਥ ਪ੍ਰਕਾਸ਼ ਵਿੱਚ ਆਉਂਦਾ ਨਾ, ਹੁਤੇ ਸਰਵਰੀਏ ਅੱਧੇ ਮੁਸਲਮੇ। ਭਾਈ ਰਤਨ ਸਿੰਘ ਜੀ ਨੇ ਪੰਥ ਪ੍ਰਕਾਸ਼ 'ਚ ਲਿਖਿਆ, ਸਰਵਰੀਏ ਅੱਧੇ ਮੁਸਲਮਾਨ। ਕਿਉਂ? ਇਹ ਹੈਨ ਹਿੰਦੂ ਪਰ ਖਾਂਦੇ ਮੁਸਲਮਾਨਾਂ ਦੀ ਝੂਠ, ਤੇ ਅੱਧੇ ਮੁਸਲਮੇ ਹੋ ਗਏ। ਤੋ ਸਰਵਰੀਏ ਜਿਹੜੇ ਗੁਰੂ ਘਰ ਨੂੰ ਮਾੜਾ ਸਮਝਦੇ ਸਨ, ਹਮੇਸ਼ਾ ਕੌੜੇ ਬਚਨ ਬੋਲਦੇ ਸਨ। ਸੋ ਜਦੋਂ ਇਹ ਬਚਨ ਆਪਣੇ ਪੁੱਤਰ ਤੋਂ ਸੁਣਿਆ ਵੀ ਉਹਦੀ ਵਹੁਟੀ ਸਾਦੇ ਦੀ ਨੂੰਹ ਗਈ ਹੈ ਮੱਥਾ ਟੇਕਣ ਗੁਰੂ ਹਰਗੋਬਿੰਦ ਸਾਹਿਬ ਨੂੰ, ਤੇ ਸਾਦੇ ਨੂੰ ਗੁੱਸਾ ਚੜ ਗਿਆ। ਕਹਿਓ ਕਹਾਂ ਗੁਰ ਨਿਕਟ ਪਠਾਈ, ਕਹਿਣ ਲੱਗਾ ਉਹ ਮੂਰਖਾ, ਗੁਰੂ ਦੇ ਕੋਲ ਮੱਥਾ ਟੇਕਣ ਕਿਉਂ ਗਈ ਹੈ, ਕਿਉਂ ਭੇਜੀ ਹੈ ਤੂੰ। ਕਰਹਿ ਕੋਪ ਸਰਵਰ ਸੁਲਤਾਨ, ਆਪਣੇ ਤੇ ਲਾਲਾਂ ਵਾਲੇ ਦੀ ਕਰੋਪੀ ਹੋ ਜਾਣੀ ਹੈ, ਆਪਣਾ ਘਰ-ਬਾਰ ਉਜੜ ਜਾਣਾ। ਜੇ ਆਪਾਂ ਲਾਲਾਂ ਵਾਲੇ ਨੂੰ ਛੱਡ ਕੇ, ਸਰਵਰ ਨੂੰ ਛੱਡ ਕੇ, ਸਖੀ ਸਰਵਰ ਨੂੰ, ਕਿਸੇ ਹੋਰ ਗੁਰੂ ਨੂੰ ਮੰਨਾਂਗੇ ਤੇ ਆਪਣਾ ਘਰ ਉਜੜ ਜਾਏਗਾ। ਕਰ ਕੋ ਨਾਮ ਨਾ ਭੂਲ ਬਖਾਨ, ਅੱਜ ਤੋਂ ਬਾਅਦ ਭੁੱਲ ਕੇ ਗੁਰੂ ਦਾ ਨਾਂ ਨਹੀਂ ਲੈਣਾ, ਉਹਨੂੰ ਵੀ ਰੋਕ ਦਵੀਂ, ਤੇ ਅੱਗੇ ਨੂੰ ਘਰ ਦੇ ਵਿੱਚ ਗੁਰੂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਜਾਹੋ ਤੁਰਤ ਡੋਰੀ ਲੈ ਆਵਹੁ, ਸਾਦਾ ਕਹਿਣ ਲੱਗਾ ਜਾ, ਛੇਤੀ ਜਾ, ਹੁਣੇ ਜਾ, ਤੇ ਆਪਣੀ ਘਰਵਾਲੀ ਨੂੰ ਅੱਗੇ ਡੋਲੀ 'ਚ ਬਿਠਾ ਕੇ ਲੈ ਆ। ਸਨੇ ਸਨੇ ਤਿਸ ਕਹੋ ਸਮਝਾਵਹੁ, ਉਹਨੂੰ ਹੌਲੇ ਹੌਲੇ ਪਿਆਰ ਨਾਲ ਸਮਝਾਈ, ਉਹਨੂੰ ਆਖੀ ਵੀ ਆਪਾਂ ਮੰਨਦੇ ਆ ਲਾਲਾਂ ਵਾਲੇ ਨੂੰ, ਅਸੀਂ ਬਾਬੇ ਨਾਨਕ ਤੋਂ ਕੀ ਲੈਣਾ, ਅਸੀਂ ਨਹੀਂ ਮੰਨਣਾ ਗੁਰੂ ਨੂੰ ਕਿਸੇ ਹੋਰ ਨੂੰ,
ਸਾਡਾ ਗੁਰੂ ਪੀਰ ਜੋ ਵੀ ਹੈ ਉਹ ਲਾਲਾਂ ਵਾਲਾ ਹੀ ਹੈ। ਸੁਨਤ ਪਿਤਾ ਤੇ ਘਰ ਟਿਕ ਗਇਓ। ਉਹ ਸਾਧੂ ਆਪਣੇ ਪਿਓ ਸਾਦੇ ਦੀ ਗੱਲ ਸੁਣ ਕੇ ਪਿਛਾਂ ਮੁੜਿਆ ਤੇ ਉਹਦੀ ਘਰ ਵਾਲੀ ਬੈਠੀ ਸੀ 6ਵੇਂ ਪਾਤਸ਼ਾਹ ਦੇ ਦਰਬਾਰ ਵਿੱਚ। ਹੁਣ ਉਹਨੂੰ ਜਾਣਾ ਹੀ ਪੈਣਾ ਸੀ ਦਰਬਾਰ ਵਿੱਚ ਪਤਨੀ ਨੂੰ ਲੈਣ ਵਾਸਤੇ। ਉਹ ਵੀ ਆਪਣੀ ਘਰ ਵਾਲੀ ਦੇ ਮਗਰ ਮਗਰ 6ਵੇਂ ਪਾਤਸ਼ਾਹ ਦੇ ਦਰਬਾਰ 'ਚ ਪਹੁੰਚ ਗਿਆ। ਜਾਗੇ ਭਾਗ ਬਿਲੋਕਤ ਹਾਏ ਭਇ। ਹਾਏ ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਭਾਗ ਜਾਗਣੇ ਪਤਾ ਨਹੀਂ ਕਦੋਂ ਜਾਗ ਪੈਣੇ। ਉਹਨੇ ਕਦੀ ਗੁਰੂ ਨਾਨਕ ਦਾ ਨਾਂ ਨਹੀਂ ਸੀ ਸੁਣਿਆ, ਕਦੀ ਗੁਰੂ ਦਰਬਾਰ ਵਿੱਚ ਨਹੀਂ ਸੀ ਆਇਆ, ਕਦੀ ਗੁਰਬਾਣੀ ਨਹੀਂ ਸੀ ਸੁਣੀ। ਅੱਜ ਆਪਣੀ ਪਤਨੀ ਦੇ ਪਿੱਛੇ ਪਿੱਛੇ 6ਵੇਂ ਪਾਤਸ਼ਾਹ ਦੇ ਦਰਬਾਰ 'ਚ ਪਹੁੰਚ ਗਿਆ। ਕਰਮ ਜਾਗ ਪਏ, ਸਾਹਮਣੇ ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਹੋ ਗਏ। ਰਿਸ ਕਰ ਗਇਓ ਹਟਾਵਨ ਜੋਏ। ਗਿਆ ਤੇ ਬੜੇ ਗੁੱਸੇ ਨਾਲ ਸੀ ਵੀ ਘਰ ਵਾਲੀ ਨੂੰ ਝਿੜਕਾਂਗਾ ਵੀ। ਬਾਪੂ ਜੀ ਹੋਰੀ ਕਹਿੰਦੇ ਤੂੰ ਕਿੱਥੇ ਚਲੀ ਗਈ? ਪਰ ਜਦੋਂ ਦਰਬਾਰ ਵਿੱਚ ਪਹੁੰਚਿਆ ਕਰ ਦਰਸ਼ਨ ਤੇ ਸੀਤਲ ਹੋਏ। ਆਹਾ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਮਨ ਠੰਡਾ ਠਾਰ ਹੋ ਗਿਆ, ਮਨ ਸੀਤਲ ਹੋ ਗਿਆ। ਦਰਸ਼ਨ ਕਰਕੇ ਹੀ ਸ਼ਾਂਤੀ ਆ ਗਈ, ਸਾਰੀਆਂ ਭੁੱਖਾਂ ਮਿਟ ਗਈਆਂ, ਸਾਰੇ ਫੁਰਨੇ ਮਿਟ ਗਏ। ਹਾਂਜੀ ਰਹਿਓ ਨ ਗਇਓ ਬੰਦਨਾ ਠਾਨੀ। ਰਿਹਾ ਨਹੀਂ ਗਿਆ। ਫਿਰ ਮੱਲੋ ਮੱਲੀ ਸਿਰ ਝੁਕ ਗਿਆ। ਮੱਲੋ ਮੱਲੀ ਸਾਧੂ ਨੇ ਮਹਾਰਾਜ 6ਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਬੈਠਿਓ ਨਿਕਟ ਕਿਰਪਾਲ ਬਖਾਨੀ। ਜਦੋਂ ਕੋਲ ਬਹਿ ਗਿਆ ਤੇ ਕਿਰਪਾਲੂ ਪਾਤਸ਼ਾਹ ਮਿਹਰਾਂ ਦੇ ਘਰ ਚ ਆ ਕੇ ਬੋਲੇ, ਗੁਰ ਕੋ ਸਿੱਖ ਸਸੁਰ ਹੈ ਤੋਰਾ। ਬਾਈ ਬੱਚਾ ਬੇਟਾ ਕੀ ਨਾਂ ਹੈ ਤੇਰਾ? ਉਹ ਕਹਿੰਦਾ ਜੀ ਮੇਰਾ ਨਾਂ ਸਾਧੂ ਹੈ। ਕਹਿੰਦੇ ਨਾਂ ਬੜਾ ਭਲਾ ਤੇਰਾ ਸਾਧੂ, ਤੇਰਾ ਸਹੁਰਾ ਭਾਈ ਆਕਰ ਗੁਰੂ ਦਾ ਸਿੱਖ ਹੈ। ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਉਹਦੇ ਉੱਤੇ। ਹਾਂਜੀ ਤਿਸ ਕੀ ਸੁਤਾ ਸੰਬੰਧਾ ਜੋਰਾ। ਐਸੇ ਮਹਾਨ ਸਿੱਖ ਦੀ ਬੇਟੀ ਨਾਲ ਤੇਰਾ ਰਿਸ਼ਤਾ ਹੋਇਆ ਹੈ। ਅਬ ਤੁਮ ਤਜਹੁ ਤੁਰਕ ਕੀ ਸੇਵਾ। ਹੁਣ ਤੁਰਕਾਂ ਦੀ ਸੇਵਾ ਛੱਡ ਦੇ ਪੁੱਤਰ, ਤੁਰਕਾਂ ਦੀਆਂ ਮੜੀਆਂ ਪੂਜਣੀਆਂ ਛੱਡ ਦੇ, ਉਹਨਾਂ ਦੀ ਝੂਠ ਖਾਣੀ ਛੱਡ ਦਿਓ। ਮਨ ਹੋ ਸ਼੍ਰੀ ਨਾਨਕ ਗੁਰਦੇਵਾ। ਸਾਰੀ ਦੁਨੀਆ ਦੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਵੱਡਾ। ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਗੁਰੂਆਂ ਦੇ ਗੁਰੂ, ਅਵਤਾਰਾਂ ਦੇ ਅਵਤਾਰ, ਪੀਰਾਂ ਦੇ ਪੀਰ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨੋ। ਦੇਹੋ ਦਰੂਦ ਫੇਰ ਤੁਮ ਖਾਵਹੋ। ਹਾਂ ਤੁਸੀਂ ਉੱਥੇ ਜਾਂਦੇ ਹੋ, ਦਰੂਦ ਦਿੰਦੇ ਹੋ ਰੋਟ ਪਕਾ ਕੇ, ਫਿਰ ਉਹਨਾਂ ਦਾ ਭਰਾਈ ਉਸ ਨੂੰ ਜੂਠੀਆਂ ਕਰਦਾ ਹੈ। ਉਹਦੀ ਝੂਠ ਜਿਹੜੀ ਮੁਸਲਮਾਨ ਦੀ ਤੁਸੀਂ ਖਾਂਦੇ ਹੋ, ਉਂਝ ਕਹਾਉਂਦੇ ਹੋ ਅਸੀਂ ਹਿੰਦੂ ਹਾਂ। ਤੁਰਕਾਂ ਦੀ ਝੂਠ ਖਾ ਕੇ ਫਿਰ ਹਿੰਦੂ ਕਿਵੇਂ ਰਹਿ ਗਏ? ਤੁਸੀਂ ਝੂਠ ਖਾਂਦੇ ਹੋ ਤੁਰਕਾਂ ਦੀ, ਅੱਧੇ ਮੁਸਲਮਾਨ ਬਣੇ ਫਿਰਦੇ ਹੋ। ਤੁਰਕ ਝੂਠ ਤੇ ਜਨਮ ਗਵਾਵਹੋ। ਤੁਰਕਾਂ ਦੀ ਝੂਠ ਖਾ ਕੇ ਆਪਣਾ ਜਨਮ ਗਵਾ ਰਹੇ ਹੋ। ਹਿੰਦ ਸਰੀਰ ਪਰਮੇਸ਼ਰ ਦੀਨਾ। ਤੁਹਾਨੂੰ ਪ੍ਰਮਾਤਮਾ ਨੇ ਹਿੰਦੂਆਂ ਦੇ ਘਰ ਜਨਮ ਦਿੱਤਾ, ਆਪਣਾ ਧਰਮ ਛੱਡ ਕੇ ਦੂਜੇ ਦੇ ਧਰਮ ਵਿੱਚ ਜਾਣਾ। ਆਪਣਾ ਵੀ ਨਾ ਰਿਹਾ, ਦੂਜੇ ਦਾ ਵੀ ਨਾ ਰਿਹਾ, ਨਾ ਇੱਧਰ ਦੇ ਰਹੇ ਨਾ ਉੱਧਰ ਦੇ। ਹਾਂਜੀ ਕਿਉਂ ਬਿਆਰਥ ਖੋਵਰ ਮਤਹੀਨਾ। ਕਿਉਂ ਆਪਣਾ ਜਨਮ ਗਵਾਉਂਦੇ ਹੋ ਮਤਹੀਣੇ ਹੋ ਕੇ। ਇਤਿਆਦਕ ਜਬ ਗੁਰੂ ਸੁਨਾਇਓ। ਇਸ ਤਰ੍ਹਾਂ ਜਦੋਂ ਮਹਾਰਾਜ 6ਵੇਂ ਪਾਤਸ਼ਾਹ ਨੇ ਸਾਧੂ ਨੂੰ ਸਮਝਾਇਆ, ਸਾਧੂ ਬਾਲਕ ਤਬ ਬਿਰਮਾਇਓ। ਸਾਧੂ ਗੁਰੂ ਸਾਹਿਬ ਦੇ ਬਚਨਾਂ ਵਿੱਚ ਭਰੋਸਾ ਕਰ ਗਿਆ। ਉਹ ਗੱਲ ਸੀ ਨਾ ਵੀ ਪੂਰਬਲੇ ਕਰਮ ਜਾਗ ਪਏ ਸਨ, ਬਖਸ਼ਿਸ਼ ਹੋ ਗਈ ਸੀ। ਉਹਨੂੰ ਸਮਝ ਆਈ ਵੀ ਅਸੀਂ ਤਾਂ ਐਵੇਂ ਹੀ ਬਸ ਵੇਖਾ ਵੇਖੀ ਭੇਡਾ ਚਾਲ ਜੋ ਕੋਈ ਕਰਦੇ ਲੋਕ ਅਸੀਂ ਵੀ ਕਰੀ ਜਾਂਦੇ ਹਾਂ, ਢੋਲ ਢਮੱਕਾ ਸਰਵਰ ਦਾ। ਹਾਂਜੀ ਕਰਿਓ ਵਿਚਾਰਨ ਬਚ ਸ਼੍ਰੀ ਗੁਰ ਕਾ। ਗੁਰੂ ਸਾਹਿਬ ਦੇ ਬਚਨਾਂ ਨੂੰ ਸਾਧੂ ਨੇ ਵਿਚਾਰਿਆ। ਹਮ ਹਿੰਦੂ ਕਿਉਂ ਮਾਨਹਿ ਤੁਰਕਾ। ਇਹ ਗੱਲ ਤਾਂ ਵਿਚਾਰਨ ਵਾਲੀ ਹੈ ਵੀ ਅਸੀਂ ਹਿੰਦੂ ਹੋ ਕੇ ਤੁਰਕਾਂ ਦੀ ਪੂਜਾ ਕਿਉਂ ਕਰੀਏ। ਕਰ ਕਾ ਰੋਟ ਦਰੂਦ ਦਿਵਾਵਹਿ। ਰੋਟ ਬਣਾ ਕੇ ਦਰੂਦ ਦਿੰਦੇ ਆ ਸਰਵਰ ਨੂੰ, ਉਹਦਾ ਫਿਰ ਝੂਠ ਖਾਂਦੇ ਆ। ਤੁਰਕ ਝੂਠ ਲਖ ਕਰ ਪੁਨ ਖਾਵਹਿ। ਤੇ ਤੁਰਕਾਂ ਦੀ ਝੂਠ ਪਹਿਲਾਂ ਉਹ ਭਰਾਈ ਮੂੰਹ ਲਾਂਦਾ ਹੈ, ਉਹਨੂੰ ਝੂਠਾ ਕਰਦਾ ਹੈ, ਫਿਰ ਅਸੀਂ ਖਾਂਦੇ ਹਾਂ। ਤਰਕ ਵਿਚਾਰਨ ਕੀਨ ਵਡੇਰੀ। ਬੜੀ ਮਨ ਵਿੱਚ ਤਰਕ ਆਈ, ਗਿਲਾਨੀ ਹੋਈ, ਨਫ਼ਰਤ ਹੋਈ। ਕਈ ਵਾਰੀ ਅਸੀਂ ਗਲਤ ਕੰਮ ਕਰੀ ਜਾਂਦੇ ਹਾਂ, ਪੀੜ੍ਹੀਆਂ ਦਰ ਪੀੜ੍ਹੀ ਕਰੀ ਜਾਂਦੇ ਹਾਂ। ਜਦੋਂ ਕੋਈ ਮਹਾਂਪੁਰਸ਼ ਮੱਤ ਦਿੰਦਾ ਫਿਰ ਅਕਲ ਆਉਂਦੀ ਹੈ, ਪਛਤਾਵਾ ਹੁੰਦਾ। ਸਾਧੂ ਨੂੰ ਪਛਤਾਵਾ ਹੋਇਆ ਗੁਰੂ ਸਾਹਿਬ ਦੇ ਬਚਨ ਸੁਣ ਕੇ। ਗੁਰ ਪਗ ਲਪਟਾਇਓ ਤਿਸ ਬੇਰੀ। ਸਾਧੂ ਉੱਠਿਆ
ਤੇ ਗੁਰੂ ਮਹਾਰਾਜ ਦੇ ਚਰਨਾਂ ਨੂੰ ਲਿਪਟ ਗਿਆ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਸਿਰ ਧਰ ਦਿੱਤਾ। ਹਾਂਜੀ, ਮੋ ਕਹੋ ਆਪਣੋ ਸਿੱਖ ਬਣਾਵਹੁ। ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ ਤੇ ਆਪਣੀ ਸਿੱਖੀ ਦਿਓ, ਆਪਣਾ ਸਿੱਖ ਬਣਾ ਲਓ। ਤੁਰਕ ਸੇਵਤੇ ਮੋਹਿ ਹਟਾਵਹੁ। ਆ ਤੁਰਕਾਂ ਦੀ ਸੇਵਾ ਤੋਂ ਹਟਾ ਲਓ, ਮੈਨੂੰ ਵਰਜ ਲਓ ਮਹਾਰਾਜ ਜੀ। ਸ਼ਰਧਾ ਵਧੀ ਜਾਨ ਗੁਣ ਖਾਨੀ। ਜਦੋਂ ਪਾਤਸ਼ਾਹ ਨੇ ਵੇਖਿਆ ਵੀ ਸਾਧੂ ਦੇ ਮਨ 'ਚ ਸ਼ਰਧਾ ਬਣ ਗਈ ਹੈ ਚਰਣਾ ਅੰਮ੍ਰਿਤ ਦੀਨੋ ਦੁਖ ਹਾਨੀ। ਤੇ ਸਤਿਗੁਰੂ ਜੀ ਨੇ ਚਰਨਾਮ੍ਰਿਤ ਦੇ ਕੇ ਸਿੱਖੀ ਬਖਸ਼ ਦਿੱਤੀ। ਸਤ ਨਾਮ ਸਿਮਰਨ ਉਪਦੇਸ਼ਾ। ਅੰਮ੍ਰਿਤ ਦੀਆਂ ਦਾਤਾਂ, ਨਾਮ ਦੀਆਂ ਦਾਤਾਂ ਉਪਦੇਸ਼ ਦਿੱਤੀਆਂ। ਸਤਨਾਮ ਦੇ ਮੰਤਰ ਸੁਣਾਇਆ, ਕੰਨਾਂ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਮੰਤਰ ਦਿੱਤਾ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ। ਤਵ ਸਤ ਉਪਜਹ ਸਿੱਖ ਵਿਸ਼ੇਸ਼ਾ। ਨਾਲ ਹੀ ਵਰ ਦਿੱਤਾ, ਕਹਿਣ ਲੱਗੇ ਸਾਧੂ ਤੇਰਾ ਪੁੱਤਰ ਮਹਾਨ ਸਿੱਖ ਹੋਵੇਗਾ। ਸੁਨ ਕਰ ਦੰਪਤ ਔਰ ਹਰ ਖਾਏ। ਦੋਵੇਂ ਪਤੀ ਪਤਨੀ ਬੜੇ ਖੁਸ਼ ਹੋਏ ਕਰ ਸਿੱਖੀ ਦਿੜ ਕਰ ਚਲ ਆਏ। ਔਰ ਸਿੱਖੀ ਦ੍ਰਿੜ ਹੋ ਗਈ ਤੇ ਆਪਣੇ ਪਿੰਡ ਤੁਕਲਾਣੀ ਆ ਗਏ। ਮਿਲੇ ਬਰਾਤ ਆਨ ਮਗ ਚਲੇ। ਜਦੋਂ ਬਰਾਤ ਨਾਲ ਮਿਲ ਕੇ ਘਰ ਨੂੰ ਚੱਲੇ ਨੇ, ਤੁਕਲਾਣੀ ਪਰ ਮਾਰਗ ਭਲੇ। ਤੁਕਲਾਣੀ ਪਿੰਡ ਦੇ ਰਾਹ ਤੁਰੇ ਜਾਂਦੇ ਨੇ। ਜਬ ਕਰ ਕਏ ਨਾਰ ਸਮੁਦਾਇ। ਜਦੋਂ ਤੁਕਲਾਣੀ ਪਹੁੰਚੇ ਤੇ ਬੀਬੀਆਂ ਨੇ ਗੀਤ ਗਾਏ ਤੇ ਸਵਾਗਤ ਕੀਤਾ ਬਰਾਤ ਦਾ। ਮਿਲੀ ਗੀਤ ਗਾਵਤ ਹਰ ਖਾਏ। ਆ ਭਾਈ ਸਾਧੂ ਦੀ ਮਾਂ ਨੇ ਪਾਣੀ ਵਾਰ ਕੇ ਪੀਤਾ, ਗੀਤ ਗਾਏ ਖੁਸ਼ੀ ਦੇ। ਸਰਵਰ ਕੇ ਮੁਕਾਮ ਲੈ ਗਈ। ਤੇ ਉਹ ਫਿਰ ਮਾਈਆਂ ਬੀਬੀਆਂ ਸਾਧੂ ਨੂੰ ਤੇ ਆਪਣੀ ਨਵੀਂ ਨੂੰਹ ਨੂੰ ਲੈ ਕੇ ਸਰਵਰ ਦੇ ਮੁਕਾਮ ਤੇ ਮੱਥਾ ਟਿਕਾਣ ਲੈ ਗਈਆਂ। ਦੁਲੋ ਦੁਲਹਨ ਦੇਖੀ ਨਹੀਂ। ਨਵੀਂ ਵਹੁਟੀ ਨੂੰ ਤੇ ਆਪਣੇ ਬੇਟੇ ਨੂੰ ਲੈ ਕੇ ਜਦੋਂ ਗਈਆਂ ਨੇ ਸਰਵਰ ਦੇ ਮੁਕਾਮ ਉੱਤੇ, ਬ੍ਰਿੰਦ ਤੇਰੇ ਖਾਣ ਤੇਰੇ ਖਾਣੀ ਮਿਲੇ। ਬਹੁਤ ਤਰਖਾਣ ਤੇ ਤਰਖਾਣੀਆਂ ਇਕੱਠੇ ਹੋਏ ਨੇ। ਕਹੈ ਕਿ ਸਿਰ ਟੇਕੋ ਇਸ ਥਲੇ। ਉਹ ਸਾਰੇ ਤਰਖਾਣ ਕਹਿੰਦੇ ਨੇ, ਮਾਈਆਂ ਕਹਿੰਦੀਆਂ ਨੇ ਇੱਥੇ ਮੱਥਾ ਟੇਕੋ, ਇਹ ਆਪਣਾ ਪੀਰ ਹੈ ਸਰਵਰ ਲਾਲਾਂ ਵਾਲਾ, ਧੌਂਕਲ ਵਾਲਾ, ਲੱਖਾਂ ਦਾ ਦਾਤਾ ਹੈ। ਇਦਾਂ ਕਹਿ ਕੇ ਮੱਥਾ ਟਿਕਾਣਾ ਚਾਹੁੰਦੀਆਂ ਨੇ। ਸੁਨ ਸਾਧੂ ਨੇ ਲਾਤ ਪ੍ਰਹਾਰੀ। ਸਾਧੂ ਦੇ ਅੰਦਰ ਤਾਂ ਹੁਣ ਸਿੱਖੀ ਵਸ ਗਈ ਸੀ। ਉਹਨੇ ਆਖਿਆ ਨਾ, ਇਹ ਨਹੀਂ ਮੈਂ ਧਾਰਨ ਕਰਨਾ, ਇੱਥੇ ਨਹੀਂ ਮੈਂ ਮੱਥਾ ਟੇਕਣਾ। ਹਾਂਜੀ, ਤੁਰਕ ਮੰਨਤਾ ਹਮ ਹੋ ਬਿਸਾਰੀ। ਕਹਿਣ ਲੱਗਾ ਮੈਂ ਤੁਰਕਾਂ ਦੀ ਝੂਠ ਨਹੀਂ ਖਾਣੀ, ਅਸੀਂ ਛੱਡ ਦਿੱਤੀ ਅੱਜ ਤੋਂ ਬਾਅਦ ਇਹ ਮਾਨਤਾ ਲਾਲਾਂ ਵਾਲੇ ਪੀਰ ਦੀ। ਕਰਤੇ ਪਾਹੁਲ ਲੈ ਹਮ ਆਏ। ਮੈਂ ਗੁਰੂ ਦਾ ਸਿੱਖ ਬਣ ਗਿਆ ਹਾਂ, ਗੁਰੂ ਦੀ ਚਰਨ ਪੌਲ ਮੈਂ ਲੈ ਲਈ ਹੈ। ਇਸ ਥਲ ਕੋ ਅਬ ਦਿਓ ਟਹਾਏ। ਹੁਣ ਇਹ ਥਾਂ ਢਾ ਦਿਓ, ਹੁਣ ਅਸੀਂ ਨਹੀਂ ਇਹਦੀ ਪੂਜਾ ਕਰਨੀ। ਸਭ ਮਿਲ ਕਹਿਓ ਮੂੜ ਕਰਮਾਨ। ਸਾਰੇ ਤਖਾਣ ਤੇ ਤਖਾਣੀਆਂ ਰੌਲਾ ਪਾਉਣ ਲੱਗ ਪਏ, ਓਏ ਮੂਰਖਾ ਚੁੱਪ ਕਰ, ਇਹ ਨਹੀਂ ਆਖੀਦਾ ਹੁੰਦਾ, ਇਹ ਨਹੀਂ ਕਹੀਦਾ ਹੁੰਦਾ। ਹਾਂਜੀ, ਇਹ ਬਿਦ ਸਿਖਰਾਈ ਤੋਹਿਕਾਨ। ਇਹ ਤੈਨੂੰ ਕਿਹਨੇ ਮੱਤ ਦੇਤੀ ਪੁੱਠੀ? ਆਪਾਂ ਤੇ ਸਦੀਆਂ ਤੋਂ ਮੰਨਦੇ ਆ ਸਰਵਰ ਨੂੰ, ਆਪਣੇ ਵੱਡੇ ਵਡੇਰੇ ਮੰਨਦੇ ਆਏ ਆ, ਆਪਾਂ ਨਹੀਂ ਛੱਡ ਸਕਦੇ ਸਰਵਰ ਨੂੰ। ਹਮ ਸਰਵਰ ਕੇ ਸੇਵਕ ਮਹਾ। ਅਸੀਂ ਸਰਵਰ ਦੇ ਸੇਵਕ ਹਾਂ, ਸਰਵਰ ਸਾਡਾ ਪੀਰ ਹੈ। ਕੁਲ ਕਲੰਕਤਾ ਬੋਲਿਓ ਤਾਂ ਕਹਾ। ਤੂੰ ਸਾਡੇ ਕੁਲ ਨੂੰ ਕਲੰਕ ਲਾਉਣ ਲੱਗਾ, ਤੂੰ ਇਹ ਕੀ ਬੋਲਿਆ? ਇਹ ਬੜਾ ਮਾੜਾ ਕੰਮ ਹੈ, ਇਦਾਂ ਨਹੀਂ ਕਹਿਣਾ ਪੁੱਤਰ, ਸਿਆਣਾ ਬਣ। ਕਰ ਹੈ ਬਾਵਰਾ ਦੇਹ ਬਿਨਾਸ਼। ਜੇ ਤੂੰ ਇਦਾਂ ਦੀਆਂ ਹਰਕਤਾਂ ਕਰੇਗਾ, ਸਰਵਰ ਦੀ ਕਰੋਪੀ ਹੋਵੇਗੀ, ਤੂੰ ਪਾਗਲ ਹੋ ਜਾਏਗਾ, ਤੈਨੂੰ ਕੋਈ ਨੁਕਸਾਨ ਹੋ ਜਾਏਗਾ, ਤੇਰੇ ਸਰੀਰ ਦਾ ਬੌਲਾ ਹੋ ਜਾਏਗਾ ਤੂੰ। ਅਬ ਵੀ ਕਹੋ ਮੈਂ ਸਰਵਰ ਦਾਸ। ਹੁਣ ਵੀ ਕਹਿ ਦੇ ਵੀ ਮੈਂ ਸਰਵਰ ਦਾ ਦਾਸ ਹਾਂ, ਮੈਂ ਸਰਵਰ ਦਾ ਸਿੱਖ ਹਾਂ, ਤੇ ਮੱਥਾ ਟੇਕ ਦੇ ਪੁੱਤਰ। ਇਤਿਆਦਕ ਬਹੁ ਕਹਿ ਹਾਰੇ। ਇਸ ਤਰ੍ਹਾਂ ਸਾਰੇ ਪਿੰਡ ਦੀਆਂ ਮਾਈਆਂ, ਜਿਹੜੀਆਂ ਚਾਚੀਆਂ ਤਾਈਆਂ, ਹੋਰ ਬੁੱਢੀਆਂ ਮਾਈਆਂ ਤੇ ਨਾਲੇ ਬਜ਼ੁਰਗ ਸਾਰੇ ਸਮਝਾਉਂਦੇ ਨੇ। ਨਹ ਸਾਧੂ ਨੇ ਕਹਿ ਬਚਤਾ। ਸਾਧੂ ਨੇ ਕਿਸੇ ਦੀ ਗੱਲ ਨਹੀਂ ਸੁਣੀ। ਹਟ ਸਭ ਰਹੇ ਪਰਸ ਪਰ ਇਮ ਕਹਿ। ਸਾਰੇ ਹਟ ਕੇ ਪਿੱਛੇ, ਕਹਿੰਦੇ ਇਹਦਾ ਤਾਂ ਦਿਮਾਗ ਖਰਾਬ ਹੋ ਗਿਆ। ਕਰਿਓ ਬਾਵਰਾ ਸਰਵਰ ਨੇ। ਇਹਨੂੰ ਤੇ ਸਰਵਰ ਨੇ ਬੌਲਾ ਕਰ ਦਿੱਤਾ, ਸਰਵਰ ਦੀ ਕਰੋਪੀ ਹੋ ਗਈ ਹੈ, ਪਾਗਲ ਹੋ ਗਿਆ ਏ। ਸਰਬ ਸਪਤ ਜਬ ਨਿਸਾ ਮਜਹਰਾ। ਰਾਤ ਨੂੰ ਜਦੋਂ ਸਾਰੇ ਸੌਂ ਗਏ, ਲੈ ਕਰ ਕਹੀ ਸਥਾਨ ਬਿਦਾਰਾ। ਭਾਈ ਸਾਧੂ ਨੇ ਕਈ ਲੈ ਕੇ ਕੁਦਾਲਾ ਲੈ ਕੇ ਸਰਵਰ ਦੀ ਕਬਰ ਢਾ ਦਿੱਤੀ। ਦਿਨ ਮਹਿ ਉਠ ਸੋ ਸਕਲ ਬਣਾਵੈ। ਜਦੋਂ ਸਵੇਰੇ ਉੱਠੇ ਘਰ ਦੇ ਵੇਖ ਕੇ ਹੈਰਾਨ ਹੋਏ, ਉਹਨਾਂ ਨੇ ਫਿਰ ਬਣਾ ਲਈ। ਇਹ ਤਿਨ ਪਾਛਾ ਢਾਹੇ ਗਿਰਾਵੈ। ਰਾਤ ਨੂੰ ਅਗਲੇ ਦਿਨ ਫੇਰ ਇਹਨੇ ਢਾ ਦਿੱਤੀ। ਉਹ ਕਈ ਦਿਨ ਕੰਮ ਚੱਲਦਾ ਰਿਹਾ, ਉਹ ਬਣਾ ਦਿੰਦੇ, ਢਾ ਦਿੰਦਾ ਹੈ। ਇਸ ਪ੍ਰਕਾਰ ਕੁਛ ਸਮਾਂ ਬਿਤਾਇਓ। ਇਸ ਤਰ੍ਹਾਂ ਕੁਝ ਸਮਾਂ ਬੀਤਿਆ। ਸਤਿਗੁਰ ਕੋ ਸਿਮਰਨ ਉਰ ਪਾਇਓ। ਤੇ ਗੁਰੂ ਦਾ ਸਿਮਰਨ ਕਰਦਾ, ਸਤਨਾਮ ਸ੍ਰੀ ਵਾਹਿਗੁਰੂ ਜਪੀ ਜਾਂਦਾ ਹੈ। ਸੋ ਸਾਧ ਸੰਗਤ ਜੀ,
ਇਹ ਭਾਈ ਸਾਧੂ ਤੇ ਉਹਦੀ ਪਤਨੀ ਆਪਣੇ ਪਰਿਵਾਰ ਤੋਂ ਇੱਕ ਤਰ੍ਹਾਂ ਨਾਲ ਵੱਖਰੇ ਹੋ ਗਏ, ਕਿਉਂਕਿ ਸਾਰਾ ਪਿੰਡ ਹੀ ਦੁਸ਼ਮਣ ਬਣ ਗਿਆ, ਸਾਰੀ ਬਰਾਦਰੀ ਦੁਸ਼ਮਣ ਬਣ ਗਈ। ਜੇ ਕੋਈ ਗੁਰੂ ਦੇ ਰਾਹ ਤੇ ਚੱਲਦਾ ਹੈ ਤੇ ਸੰਸਾਰੀ ਲੋਕ ਉਹਦਾ ਸਾਥ ਛੱਡ ਜਾਂਦੇ ਆ। ਇਸ ਤਰ੍ਹਾਂ ਭਾਈ ਸਾਹਿਬ ਭਾਈ ਸਾਧੂ ਦੇ ਘਰ ਸਮਾਂ ਪਾ ਕੇ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਭਾਈ ਰੂਪ ਚੰਦ ਜੀ ਰੱਖਿਆ, ਜਿਨ੍ਹਾਂ ਦਾ ਨਾਮ ਪ੍ਰਸਿੱਧ ਭਾਈ ਰੂਪਾ, ਤੇ ਰੂਪੇ ਦੇ ਨਾਂ ਤੇ ਪਿੰਡ ਵੀ ਵਸਾਇਆ ਛੇਵੇਂ ਪਾਤਸ਼ਾਹ ਨੇ। ਉਹਦਾ ਪਿੰਡ ਦਾ ਨਾਮ ਵੀ ਭਾਈ ਰੂਪਾ। ਮਾਲਵੇ ਦੇ ਵਿੱਚ ਬੜਾ ਵੱਡਾ ਪਿੰਡ ਹੈ ਭਾਈ ਰੂਪਾ। ਸੋ ਅੱਗੋਂ ਚੱਲ ਕੇ ਭਾਈ ਰੂਪੇ ਦੇ ਪੋਤਰੇ ਪਰਮ ਸਿੰਘ, ਧਰਮ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਾਲ ਬਹੁਤ ਵੱਡੀ ਸੇਵਾ ਨਿਭਾਈ। ਇਹ ਪਰਿਵਾਰ ਗੁਰੂ ਘਰ ਦੀਆਂ ਬਖਸ਼ਿਸ਼ਾਂ ਅਜੇ ਤੱਕ ਸਾਂਭ ਕੇ ਬੈਠਾ ਹੋਇਆ। ਇਸ ਤਰ੍ਹਾਂ ਕਥਾ ਆਏਗੀ, ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ।